सतनाम श्री वाहिगुरु साहिब जी। वाहिगुरु जी की फतह। हकायत 10वीं चली। गफूरो गुनह बख्श गाफल कुशस्त, जहारा दुई बस्त ई बंदबस्त। वाहिगुरु जी का खालसा वाहिगुरु जी की फतेह। जुग हो जुग अटल जबर छतर तख्त के मालिक सतगुरु धन धन श्री गुरु ग्रंथ साहिब सच्चे पातशाह महाराज जी की पावन हजूरी अंदर शरदा भाव प्रेम सहित जुड़ बैठे गुरु स्वरूप साध संगत जी। सतगुरु कलगीधर श्री गुरु गोबिंद सिंह साहिब जी महाराज आप जी की पावन बाणी श्री जफरनामे की लड़ीवार कथा सरवण कर रहे हो। आओ सुरतियां बिरतियां इकागर करके सतगुरु जी की पावन बाणी की कथा सरवण करिए। मन बिरतियां इकागर करने वास्ते समूह संगतां प्रेम सहित जपो जी सतनाम श्री वाहिगुरु साहिब जीओ। सतनाम श्री वाहिगुरु साहिब जीओ। वाहिगुरु जी की फतह। हकायत 10वीं चली। गफूरो गुनह बख्श गाफल कुशस्त। महाराज कलगीधर जी जफरनामे विच 10वीं हकायत लिखते हैं। अकाल पुरख वाहिगुरु दे मंगल नूं उचारण करते हैं। वाहिगुरु जो गुरु अज्ञानता दा हनेरा मिटा के ज्ञान दा प्रकाश करता है, जो गुर दी दात बख्शदा है, पूजनीक है, वो सतगुरु आश्चर्य रूप हैं, सरगुण रूप ਹਨ परमेश्वर ਦਾ। ਉਸ ਵਾਹਿਗੁਰੂ ਅਕਾਲ ਪੁਰਖ ਸਤਿਗੁਰੂ ਜੀ ਦੀ ਲੋਕ ਤੇ ਪਰਲੋਕ ਵਿੱਚ ਫਤਿਹ ਹੈ। ਔਰ ਜਿਹੜਾ ਜੀਵ ਉਹਦੇ ਨਾਮ ਨੂੰ ਜਪਦਾ ਹੈ ਉਹ ਵੀ ਆਪਣਾ ਜੀਵਨ ਸਫਲਾ ਕਰਕੇ ਪਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ। ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ। ਉਹਨਾਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਨੇ, ਆਉਣਾ ਜਾਣਾ ਮਿਟ ਜਾਂਦਾ, ਮਨ ਦੇ ਉੱਪਰ ਫਤਿਹ ਪ੍ਰਾਪਤ ਹੋ ਜਾਂਦੀ ਹੈ ਔਰ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਟਿਕਾ ਪ੍ਰਾਪਤ ਹੋ ਜਾਂਦਾ। ਨਿਤ ਦਾ ਜੰਮਣਾ ਤੇ ਮਰਨਾ ਵੀ ਮਿਟ ਜਾਂਦਾ ਹੈ। ਸੋ ਜਿਹੜਾ ਜੀਵ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਉਸ ਦੀ ਵੀ ਫਤਿਹ ਹੈ। तो 10वीं कहानी आरंभ होंदी है। गफूरो गुनह बख्श गाफुल कुशस्त। गफूरो कहंदे दयालू नूं, वो वाहिगुरु बड़ा दयालू है, मनुख दे औगण बख्श दिंदा है, अपराध बख्श दिंदा है, गुनाह बख्श दिंदा है। पर जेड़े गाफल अज्ञानता दे हनेरे विच सुते हंकारी मनुख ने उन्हां नूं भंन सुटदा है। हंकार उसनों भावदा नहीं, हर जू हंकार ना भावई, वेद कूक सुनावे। शास्त्र भी कूक के कहंदे हरि नूं हंकार नहीं चंगा लगदा। तो जेड़े हंकारी ने उन्हां नूं मार सुटदा है, नष्ट कर दिंदा है। जहारा दुई बस्त ई बंदबस्त। इस जहान दे अंदर सारे जहान दे बंदोबस्त नूं तू आप ही चलाउण वाला। जगत का जिन्ना भी प्रबंध है ये परमेश्वर आप कर रहे हो। चाहे पैदा करना, चाहे पालना, चाहे संघारना, जगत के सब कार विहार जेड़े ने ये वाहिगुरु अकाल पुरख आप ही कर रहे हैं। ना पिसरो ना मादर बेरादर पदर। महाराज जी कहते ना उहदा कोई पुत्र है, ना मादर, ना उहदी कोई माँ है, बिरादर ना उहदा पुत्र है, पदर पदर नाम पिता दा, ना उहदा पिता है, यानी कि वह परिवार तो रहत है। ना दामाद दुश्मन ना यारे देगर। ना उसदा कोई दामाद यानी जवाई है, तो पाव ओदी बेटी भी कोई नहीं,
ਦਮਾਦ ਵੀ ਕੋਈ ਨਹੀਂ। ਨਾ ਉਸ ਦਾ ਕੋਈ ਦੁਸ਼ਮਣ ਹੈ ਜਗਤ ਅੰਦਰ, ਤਿਸ ਦਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਰੱਬ ਦਾ ਕੋਈ ਵੀ ਸ਼ਰੀਕ ਨਹੀਂ, ਰੱਬ ਦਾ ਕੋਈ ਦੁਸ਼ਮਣ ਨਹੀਂ ਜਿਹੜਾ ਉਹਨੂੰ ਦੁੱਖ ਦੇ ਸਕੇ। ਸਾਹਿਬ ਕਹਿੰਦੇ ਨਾ ਯਾਰੇ ਦਿਗਰ, ਨਾ ਉਹਦਾ ਕੋਈ ਮਿੱਤਰ ਹੈ ਸੰਸਾਰ ਵਿੱਚ, ਉਹਦਾ ਦੋਸਤ ਵੀ ਕੋਈ ਨਹੀਂ। ਸੁਨੀਦਮ ਸੁਖਨ ਸ਼ਾਹੇ ਮਾਯੰਦਰਾ। ਸਤਿਗੁਰੂ ਕਹਿੰਦੇ ਇੱਕ ਗੱਲ ਕਹਾਣੀ ਅਸੀਂ ਸੁਣੀ ਹੈ ਮਾਯੰਦਰਾ ਦੇ ਬਾਦਸ਼ਾਹ ਦੀ। ਮਾਯੰਦਰਾ ਈਰਾਨ ਦਾ ਉੱਤਰ ਦਾ ਇਲਾਕਾ ਹੈ, ਉਹਦੇ ਇੱਕ ਹਿੱਸੇ ਨੂੰ ਮਾਯੰਦਰਾ ਕਹਿੰਦੇ ਨੇ। ਉੱਥੋਂ ਦਾ ਇੱਕ ਬਾਦਸ਼ਾਹ ਰਾਜ ਕਰਦਾ ਹੈ ਕਿ ਰੋਸ਼ਨ ਦਿਲੋ ਨਾਮ ਬੁਰਦਸ਼ ਜ਼ੁਬਾਨ। ਸਤਿਗੁਰੂ ਕਹਿੰਦੇ ਹਨ ਕਿ ਰਾਜੇ ਦਾ ਨਾਮ ਰੌਸ਼ਨ ਦਿਲ ਸੀਗਾ, ਔਰ ਜ਼ਬਾਨ ਕਰਕੇ ਮਿੱਠਾ ਬੋਲਣ ਵਾਲਾ ਤੇ ਸੁਭਾਅ ਕਰਕੇ ਬੜਾ ਚੰਗਾ ਹੈ। ਕਿ ਨਾਮਸ਼ ਵਜ਼ੀਰਤ ਸਾਹਿਬ ਸ਼ਊ। ਇਸ ਰਾਜੇ ਦਾ ਇੱਕ ਵਜ਼ੀਰ ਹੈ, ਬੜਾ ਅਕਲਵਾਨ ਬੁੱਧੀਵਾਨ ਮਨੁੱਖ ਹੈ, ਜਿਸ ਨੂੰ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਕਿ ਸਾਹਿਬ ਦੇ ਮਾਗਤ ਜ਼ਾਹਰ ਜ਼ਹੂ। ਸਤਿਗੁਰੂ ਕਹਿੰਦੇ ਹਨ ਜਿੱਥੇ ਉਹਦਾ ਨਾਮ ਸਾਹਿਬ ਹੈ, ਉੱਥੇ ਉਹ ਦਿਮਾਗ ਦਾ ਵੀ ਸਾਹਿਬ ਹੈ, ਯਾਨੀ ਕਿ ਅਕਲ ਦਾ ਵੀ ਮਾਲਕ ਹੈ, ਚੰਗੀ ਅਕਲ ਦਾ ਮਾਲਕ ਹੈ। ਤੇ ਉਹਦਾ ਜਿਹੜਾ ਜ਼ਹੂਰ ਜਲਵਾ ਹੈ ਉਹ ਸਾਰੇ ਪਾਸੇ ਪ੍ਰਗਟ ਹੈ। ਲੋਕ ਉਹਦੀ ਸਿਆਣਪ ਨੂੰ ਸਮਝ ਨੂੰ ਜਾਣਦੇ ਹਨ ਕਿ ਪਿਸਦੇ ਅਜ਼ਾਬੂਦ ਰੋਸ਼ਨ ਜ਼ਮੀਨ। ਮਹਾਰਾਜ ਕਹਿੰਦੇ ਇਸ ਵਜ਼ੀਰ ਦੇ ਘਰ ਦੇ ਵਿੱਚ ਇੱਕ ਰੌਸ਼ਨ ਜ਼ਮੀਰ ਨਾਂ ਦਾ ਪੁੱਤਰ ਹੈ ਕਿ ਹੁਸਨਲ ਜਮਾਲਸਤ ਸਾਹਿਬ ਅਮੀਨ। ਇਸੇ ਤਰ੍ਹਾਂ ਸੁੰਦਰਤਾ ਦੇ ਵਿੱਚ ਵੀ ਉਹ ਬੜਾ ਉੱਤਮ ਹੈ, ਉਹਦਾ ਸਰੂਪ ਬੜਾ ਸੋਹਣਾ ਹੈ, ਤੇ ਅਕਲ ਕਰਕੇ ਵੀ ਉਹ ਸਿਆਣਾ ਹੈ। ਤੇ ਨਾਲ ਸਾਹਿਬ ਜੀ ਕਹਿੰਦੇ ਹਨ ਕਿ ਉਹ ਅਮੀਰ ਜਿਹੜੇ ਸਰਦਾਰ ਨੇ ਉਹਨਾਂ ਦਾ ਵੀ ਮਾਲਕ ਹੈ ਕਿ ਰੌਸ਼ਨ ਦਿਲੇ ਸ਼ਾਹੇ ਉਹ ਨਾਮ ਬੂ। ਸੋ ਜਿਸ ਬਾਦਸ਼ਾਹ ਦਾ ਨਾਮ ਰੌਸ਼ਨ ਦਿਲ ਹੈ, ਅਧੂਰਾ ਜ਼ ਮਰਦੀ ਬਰਿਆਵਰਤ ਦੂ। ਜਿਸ ਨੇ ਆਪਣੀ ਮਰਦੀ ਯਾਨੀ ਬਹਾਦਰੀ ਦੇ ਨਾਲ ਜਿਹੜੇ ਵੈਰੀ ਸਨ, ਅਧੂਰਾ ਵੈਰੀ ਨੂੰ ਕਹਿੰਦੇ ਨੇ, ਉਹਨਾਂ ਵੈਰੀਆਂ ਨੂੰ ਮਾਰ ਕੇ ਉਹਨਾਂ ਦਾ ਧੂਆਂ ਕੱਢ ਦਿੱਤਾ, ਉਹਨਾਂ ਨੂੰ ਨਾਸ਼ ਕਰ ਦਿੱਤਾ। ਵਜ਼ੀਰੇ ਯਕੇ ਬੂਦ ਉਹ ਹੋਸ਼ਮੰਦ। ਇਸ ਰਾਜੇ ਦਾ ਇੱਕ ਹੋਰ ਵਜ਼ੀਰ ਸੀਗਾ, ਇੱਕ ਵਜ਼ੀਰ ਜਿਹਦਾ ਨਾਮ ਸਾਹਿਬ ਹੈ, ਉਹਦਾ ਪੁੱਤਰ ਸੀਗਾ ਅੱਗੋਂ ਰੌਸ਼ਨ ਜ਼ਮੀਰ। ਇੱਕ ਵਜ਼ੀਰ ਹੋਰ ਸੀ ਇਹਦਾ, ਉਹ ਵੀ ਬੜਾ ਸਿਆਣਾ ਤੇ ਸਮਝਦਾਰ ਵਜ਼ੀਰ ਹੈ। ਰਈਅਤ ਨਿਵਾਜ਼ਤ ਦੁਸ਼ਮਨ ਗਜ਼ਨ। ਜੋ ਆਪਣੀ ਰਈਅਤ ਨੂੰ, ਆਪਣੀ ਪ੍ਰਜਾ ਨੂੰ ਵਡਿਆਉਣ ਵਾਲਾ ਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਸੀ। ਵਜ਼ਾ ਦੁਖਤਰੇ ਹਸਤ ਰੌਸ਼ਨ ਚਰਾ। ਉਹਦੇ ਘਰ ਦੇ ਵਿੱਚ ਵੀ ਇੱਕ ਬੇਟੀ ਹੈ ਤੇ ਜਿਹਦਾ ਨਾਮ ਰੌਸ਼ਨ ਚਰਾਗ ਹੈ। ਕਿ ਨਾਮੇ ਅਜ਼ਾਬੂਦ ਰੌਸ਼ਨ ਦਿਮਾਗ। ਸਤਿਗੁਰੂ ਕਹਿੰਦੇ ਇਸ ਜਹਾਨ ਦੇ ਅੰਦਰ ਉਹਦਾ ਨਾਮ ਪ੍ਰਗਟ ਹੈ, ਦਿਮਾਗ ਕਰਕੇ ਬੜੀ ਰੌਸ਼ਨ ਸਿਆਣੀ ਹੈ। ਬਾ ਮਕਤਬ ਸਪੁਰਦੰਦ ਹਰ ਦੋ ਤੇ ਫਲ। ਇਹ ਦੋਨੇ ਜਾਣੇ ਰੌਸ਼ਨ ਜਿਹੜੀ ਚਰਾਗ ਤੇ ਰੌਸ਼ਨ ਜ਼ਮੀਰ, ਦੋ ਵਜ਼ੀਰ ਸਨ, ਇੱਕ ਦੀ ਬੇਟੀ ਤੇ ਇੱਕ ਦਾ ਪੁੱਤਰ ਸੀਗਾ। ਇਹਨਾਂ ਦੋਨਾਂ ਜਾਣਿਆਂ ਨੂੰ ਪੜ੍ਹਨ ਵਾਸਤੇ ਰੂਮ ਦਾ ਜਿਹੜਾ ਮੌਲਾਨਾ ਸੀ, ਪੜ੍ਹਿਆ ਲਿਖਿਆ ਵਿਦਵਾਨ ਸੀਗਾ, ਉਹਦੇ ਪਾਸ ਮਦਰਸੇ ਵਿੱਚ ਬੈਠਣ ਲਈ ਭੇਜਿਆ ਗਿਆ। ਪੁਰਾਣੇ ਸਮਿਆਂ ਵਿੱਚ ਜਿਹੜੀ ਵਿਦਿਆ ਸੀਗੀ, ਵਿਦਿਆ ਉੱਥੇ ਹੀ ਪੜ੍ਹਾਈ ਜਾਂਦੀ ਸੀ ਜਿੱਥੇ ਮਦਰਸੇ ਹੁੰਦੇ ਸਨ। ਧਾਰਮਿਕ ਵਿਦਿਆ ਨਾਲ ਸੰਸਾਰਿਕ ਵਿਦਿਆ ਪੜ੍ਹਾਈ ਜਾਂਦੀ ਸੀ। ਔਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਦੇ ਅੰਦਰ ਇਹ ਗੱਲ ਪਰਪੱਕ ਰੱਖੀ ਕਿ ਜਿੱਥੇ ਗੁਰਦੁਆਰਾ ਸਾਹਿਬ ਹੋਵੇ ਨਾਲ ਸਕੂਲ ਹੋਵੇ, ਬੱਚਿਆਂ ਨੂੰ ਧਾਰਮਿਕ ਵਿਦਿਆ ਵੀ ਪੜ੍ਹਾਈ ਜਾਏ ਤੇ ਦੁਨਿਆਵੀ ਵਿਦਿਆ ਵੀ ਪੜ੍ਹਾਈ ਜਾਏ। ਇੱਕ ਗੌਰਾ ਅੰਗਰੇਜ਼, ਇੱਕ ਗੋਰਾ ਸਾਧ ਸੰਗਤ ਜੀ ਪ੍ਰੋਫੈਸਰ ਹੋਏ ਨੇ ਆਪਣੇ ਹਰਪਾਲ ਸਿੰਘ ਪੰਨੂ। ਮੈਂ ਸ਼ਾਇਦ ਉਹਨਾਂ ਦਾ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ। ਉਹਨਾਂ ਨੂੰ ਮਿਲਿਆ ਉਹ, ਤੇ ਉਹਨਾਂ ਨੂੰ ਮਿਲ ਕੇ ਉਹ ਕਹਿਣ ਲੱਗਾ ਕਿ ਅਸੀਂ ਤੁਹਾਡੇ ਦੇਸ਼ ਵਿੱਚੋਂ ਬਹੁਤ ਕੁਝ ਲੈ ਕੇ ਆਏ ਆ, ਪਰ ਉਹਨਾਂ ਵਿੱਚੋਂ ਕੁਝ ਗੱਲਾਂ, ਉਹ ਕਹਿੰਦਾ ਇੱਕ ਤਾਂ ਸਾਡੇ ਦੇਸ਼ ਵਿੱਚ ਘੜੀ ਨਹੀਂ ਸੀ, ਤੇ ਸਭ ਤੋਂ ਪਹਿਲਾਂ ਘੜੀ ਨੂੰ ਜਨਮ ਦਿੱਤਾ ਸਰਦਾਰ ਲਹਿਣਾ ਸਿੰਘ ਨੇ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ। ਤੁਸੀਂ ਦਰਬਾਰ ਸਾਹਿਬ ਜਾਓ, ਜਦੋਂ ਪੁਲ ਤੋਂ ਲੰਘੀਦਾ ਨਾ ਹਰਿਮੰਦਰ ਸਾਹਿਬ ਨੂੰ ਜਾਣ ਵੇਲੇ, ਤੇ ਖੱਬੇ ਪਾਸੇ ਘੜੀ ਲੱਗੀ ਹੋਈ ਅੱਜ ਵੀ, ਉਹ ਘੜੀ ਸਹੀ ਸਮਾਂ ਦੱਸਦੀ ਸੀ। ਇਹ ਸਾਧ ਸੰਗਤ ਉਹ ਭਾਈ ਲਹਿਣਾ ਸਿੰਘ ਨੇ ਬਣਾਈ।
ਦੂਸਰਾ ਜਿਹੜੀ ਵਿਦਿਆ ਸੀਗੀ ਸਕੂਲ ਦੇ ਅੰਦਰ ਜਿੱਥੇ ਵਿਦਿਆ ਪੜ੍ਹਾਈ ਜਾਂਦੀ ਹੈ ਧਾਰਮਿਕ, ਉੱਥੇ ਨਾਲ ਨਾਲ ਦੁਨਿਆਵੀ ਵਿਦਿਆ ਵੀ ਪੜ੍ਹਾਈ ਜਾਂਦੀ ਸੀ ਵੀ ਬੱਚੇ ਧਾਰਮਿਕ ਵਿਦਿਆ ਵੀ ਪੜ੍ਹਨ, ਦੁਨਿਆਵੀ ਵਿਦਿਆ ਵੀ ਪੜ੍ਹਨ। ਮਹਾਰਾਜਾ ਰਣਜੀਤ ਸਿੰਘ ਨੇ ਹਰ ਇੱਕ ਗੁਰੂ ਘਰ ਵਿੱਚ ਇਹ ਚੀਜ਼ ਲਾਗੂ ਕੀਤੀ ਸੀ ਔਰ ਉਹ ਗੋਰਾ ਕਹਿੰਦਾ ਵੀ ਇਹ ਚੀਜ਼ਾਂ ਅਸੀਂ ਉੱਥੋਂ ਲੈ ਕੇ ਆਏ ਹਾਂ, ਸਾਡੇ ਕੋਲ ਨਹੀਂ ਸਨ ਔਰ ਸਾਨੂੰ ਇਹ ਚੀਜ਼ ਦਿੱਤੀ ਗਈ ਵੀ ਇਹ ਚੀਜ਼ਾਂ ਖਤਮ ਕਰ ਦੇਣੀਆਂ ਸਿੱਖਾਂ ਦੇ ਵਿੱਚੋਂ। ਕਹਿੰਦੇ ਅਸੀਂ ਜਦੋਂ ਪੰਜਾਬ ਆਏ ਇੱਥੇ 4 ਚੁਫੇਰੇ ਮਾਹੌਲ ਵੇਖਿਆ, ਕਹਿੰਦੇ ਅਸੀਂ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਚੀਜ਼ਾਂ ਤਾਂ ਅਸੀਂ 100 ਸਾਲ ਤੱਕ ਖਤਮ ਨਹੀਂ ਕਰ ਸਕਦੇ, ਇਹਨਾਂ ਵਿੱਚੋਂ ਵਿਦਿਆ ਖਤਮ ਨਹੀਂ ਹੋ ਸਕਦੀ, ਨਾ ਧਾਰਮਿਕ ਵਿਦਿਆ ਨਾ ਦੁਨਿਆਵੀ ਵਿਦਿਆ। ਇਹਨਾਂ ਨੂੰ ਕੌਣ ਰੋਕ ਸਕਦਾ ਜੀ, ਕਿਉਂਕਿ ਇਹਨਾਂ ਨੇ ਗੁਰਦੁਆਰੇ ਵਿੱਚ ਆਪਣੇ ਧਾਰਮਿਕ ਸਥਾਨ ਦੇ ਉੱਤੇ ਵਿਦਿਆ ਦਾ ਕੇਂਦਰ ਖੋਲ੍ਹਿਆ ਹੋਇਆ, ਪਰ ਜਿਸ ਕੰਮ ਨੂੰ ਕਰਨ ਦੇ ਲਈ ਉਹਨਾਂ ਨੂੰ ਸੈਂਕੜੇ ਵਰ੍ਹੇ ਮਿਲੇ ਉਹ ਕੰਮ ਕੁਝ ਸਾਲਾਂ 'ਚ ਹੀ ਕਰ ਗਏ। ਔਰ ਵਾਕਿਆ ਹੀ ਸਾਡੀ ਜਨਰੇਸ਼ਨ ਜਿਹੜੀ ਹੈ ਦੁਨਿਆਵੀ ਵਿਦਿਆ ਤਾਂ ਠੀਕ ਹੈ ਪੜ੍ਹਦੇ ਨੇ ਬੱਚੇ, ਪਰ ਇਸ ਪ੍ਰਸੰਗ ਦੇ ਅੰਦਰ ਮੈਂ ਕੁਝ ਇਹੋ ਜਿਹੇ ਵਿਸ਼ੇ ਚੁਣੇ ਨੇ ਜਿਹੜੇ ਮਹਾਰਾਜ ਕਲਗੀਧਰ ਜੀ ਨੇ ਇਸ਼ਾਰੇ ਮਾਤਰ ਦੱਸੇ ਤੇ ਉਹ ਅੱਜ ਉਹ ਚੀਜ਼ਾਂ ਇੱਥੇ ਸਾਡੇ ਸਮਾਜ ਦੇ ਅੰਦਰ ਆਮ ਤੌਰ ਤੇ ਵਰਤਦੀਆਂ ਨੇ। ਤੇ ਉਹਦੇ ਨਾਲ ਨਾਲ ਅਸੀਂ ਧਾਰਮਿਕ ਵਿਦਿਆ ਤਾਂ ਭੁੱਲ ਹੀ ਗਏ, ਸਾਨੂੰ ਤਾਂ ਸਾਹਿਬਜ਼ਾਦਿਆਂ ਦਾ 10 ਪਾਤਸ਼ਾਹੀਆਂ ਦਾ ਨਾਮ ਤੱਕ ਨਹੀਂ ਯਾਦ ਰਹਿ ਗਿਆ। ਇਹੋ ਜਿਹੇ ਹਾਲਾਤ ਅੱਜ ਦੇ ਸਮੇਂ 'ਚ ਬਣ ਗਏ, ਜਿਹੜਾ ਕੰਮ ਸੈਂਕੜੇ ਵਰ੍ਹਿਆਂ ਤੱਕ ਨਹੀਂ ਸੀ ਉਹ ਕਰ ਸਕਦੇ, ਉਹ ਕਹਿੰਦੇ ਅਸੀਂ ਕੁਝ ਸਾਲਾਂ ਦੇ ਵਿੱਚ ਹੀ ਕਰ ਦਿੱਤਾ ਸੀ। ਸੋ ਇਸ ਵਾਸਤੇ ਪੁਰਾਣੇ ਸਮਿਆਂ ਵਿੱਚ ਜਿਹੜੇ ਮਦਰਸੇ ਹੁੰਦੇ ਸਨ, ਧਾਰਮਿਕ ਸਥਾਨਾਂ ਤੇ ਹੀ ਵਿਦਿਆ ਪੜ੍ਹਾਈ ਜਾਂਦੀ ਸੀ, ਮਲਾਉਣੇ ਪੜ੍ਹਾਉਂਦੇ ਸਨ ਜਾਂ ਸਨਾਤਨ ਮਤ ਦੇ ਵਿੱਚ ਜਿਹੜੇ ਪਾਂਦੇ ਹੁੰਦੇ ਸਨ ਪੰਡਤ ਲੋਕ, ਉਹ ਵਿਦਿਆ ਪੜ੍ਹਾਉਂਦੇ ਸਨ। ਇਸ ਪ੍ਰਕਾਰ ਕਹਿੰਦੇ ਇਹਨਾਂ ਨੂੰ ਪੜ੍ਹਨ ਵਾਸਤੇ ਦੋਹਾਂ ਜਾਣਿਆਂ ਨੂੰ ਰੋਮ ਦਾ ਜਿਹੜਾ ਸਿਆਣਾ ਮੌਲਾਨਾ ਸੀਗਾ ਉਹਨਾਂ ਦੇ ਪਾਸ ਬਿਠਾਇਆ ਗਿਆ। ਤਿਫਲਸ਼ ਬਸੇ ਰੋਜ਼ ਗਸ਼ਤਨ ਖੇਜ਼ਲ। ਸਤਿਗੁਰੂ ਕਹਿੰਦੇ ਉਦੋਂ ਅਜੇ ਇਹ ਛੋਟੇ ਹੀ ਸਨ ਸਰੀਰ ਕਰਕੇ, ਇਹਨਾਂ ਦੇ ਵਿੱਚ ਅਜੇ ਬਚਪਨਾ ਸੀ। ਨਿਸ਼ਸਤੰਦ ਦਾਨਾਏ ਮੌਲਾਏ ਰੂ। ਸੋ ਇਸ ਪ੍ਰਕਾਰ ਇਹ ਪੜ੍ਹਨ ਵਾਸਤੇ ਉੱਥੇ ਪਹੁੰਚੇ। ਇਹਨਾਂ ਨੂੰ ਕਿਉਂ ਸੁਪੁਰਦ ਕੀਤਾ ਗਿਆ ਮੌਲਾਣੇ ਦੇ? ਮਹਾਰਾਜ ਜੀ ਕਹਿੰਦੇ ਕਿ ਤਿਫਲਸ ਬਸੇ ਰੋਜ਼ ਗਸ਼ਤੰਦ ਖਿਜ਼ਲ, ਅਵਾਰਾ ਫਿਰਦੇ ਰਹਿੰਦੇ ਸਨ, ਘੁੰਮਦੇ ਰਹਿੰਦੇ ਸਨ, ਬੱਚੇ ਸਨ। ਮਾਂ ਪਿਓ ਨੇ ਸੋਚਿਆ ਵੀ ਚਲੋ ਇਹਨਾਂ ਨੂੰ ਵਿਦਿਆ ਪੜ੍ਹਨ ਵਾਸਤੇ ਮਦਰਸੇ ਵਿੱਚ ਪਾ ਦਿੱਤਾ ਜਾਵੇ। ਇਸ ਤਰ੍ਹਾਂ ਉਹਨਾਂ ਨੂੰ ਮੌਲਾਣੇ ਕੋਲ ਪੜ੍ਹਨ ਵਾਸਤੇ ਬਿਠਾ ਦਿੱਤਾ ਗਿਆ। ਕਿ ਦਿਰਮਸ਼ਬਾ ਬਖਸ਼ੀਦ ਆਮਰਜ਼ਬੂ। ਜਿਹੜਾ ਮੌਲਾਨਾ ਸੀਗਾ ਉਹਨੂੰ ਬਹੁਤ ਸਾਰਾ ਧਨ ਦਿੱਤਾ ਗਿਆ, ਚਾਂਦੀ ਦਿੱਤੀ ਗਈ, ਦੁਨੀਆ ਦੀ ਦੌਲਤ ਦਿੱਤੀ ਗਈ। ਵਜ਼ੀਰ ਦੇ ਬੱਚੇ ਸਨ, ਉਹਨਾਂ ਆਖਿਆ ਵੀ ਚੰਗੀ ਤਰ੍ਹਾਂ ਇਹਨਾਂ ਨੂੰ ਪੜ੍ਹਾ ਦਿੱਤਾ ਜਾਵੇ। ਨਿਸ਼ਸਤੰਦ ਦਰਿਆ ਦਾ ਤਿਫਲੇ ਬਸੇ। ਇਸ ਪ੍ਰਕਾਰ ਦੋਨੇ ਜਾਣੇ ਉੱਥੇ ਆ ਕਰਕੇ ਪੜ੍ਹਨ ਲੱਗੇ, ਰੋਜ਼ ਬੈਠਣ ਲੱਗੇ ਹਨ। ਸੁਖਾਦੇ ਸੁਖਨ ਅਜ਼ ਕਿਤਾਬ ਹਰ ਕਸੇ। ਸਤਿਗੁਰੂ ਕਹਿੰਦੇ ਹਰ ਕੋਈ ਉੱਥੇ ਬੈਠਾ ਹੋਇਆ ਕਿਤਾਬ ਨੂੰ ਹਰ ਰੋਜ਼ ਪੜ੍ਹਦਾ ਹੈ। ਬਗਲ ਅੰਦਰ ਆਰੰਦ ਹਰ ਯਕ ਕਿਤਾਬ। ਜਿੰਨੇ ਵੀ ਬੱਚੇ ਆਉਂਦੇ ਨੇ ਉਹ ਆਪਣੀ ਕਿਤਾਬ ਨੂੰ ਬਗਲ ਵਿੱਚ ਰੱਖ ਕੇ, ਕੱਛ ਦੇ ਵਿੱਚ ਰੱਖ ਕੇ ਲੈ ਕੇ ਆਉਂਦੇ ਹਨ। ਜੇ ਤੌਰੇਤ ਅੰਜ਼ੀਲ ਵਜਹੇਦ ਅਦਬਾ। ਤੌਰੇਤ ਗ੍ਰੰਥ ਹੈ ਜਿਹੜਾ ਯਹੂਦੀਆਂ ਦਾ ਹੈ, ਅੰਜੀਲ ਜਿਹੜੇ ਕ੍ਰਿਸਚਨ ਲੋਕਾਂ ਦਾ ਗ੍ਰੰਥ ਹੈ। ਇਸ ਤਰ੍ਹਾਂ ਤੌਰੇਤ ਤੇ ਅੰਜੀਲ ਆਦਿਕ ਜਿਹੜੇ ਗ੍ਰੰਥ ਉਹ ਲੈ ਕਰਕੇ ਆਉਂਦੇ ਹਨ। ਤੋ ਮਕਤਬ ਕੋ ਨਾਨੀਦ ਹਫਤ ਅਜ਼ ਜ਼ੁਬਾ। ਇਸ ਮਦਰਸੇ ਦੇ ਅੰਦਰ 7 ਪ੍ਰਕਾਰ ਦੀਆਂ ਜ਼ਬਾਨਾਂ ਜਿਹੜੀਆਂ ਉਹ ਪੜ੍ਹਾਈਆਂ ਜਾਂਦੀਆਂ ਸਨ। ਕੇ ਮਰਦ ਬੁਖਾਦੰਦ ਦੀਗਰ ਜ਼ਨਾ। ਪਰ ਉਸ ਮਦਰਸੇ ਅੰਦਰ ਕਲਾਸ ਦੇ 2 ਹਿੱਸੇ ਜਿਹੜੇ ਸਨ ਉਹ ਕਰ ਦਿੱਤੇ ਗਏ। ਇੱਕ ਹਿੱਸੇ ਦੇ ਅੰਦਰ ਲੜਕੇ ਪੜ੍ਹਦੇ ਸਨ ਤੇ ਦੂਜੇ ਹਿੱਸੇ ਅੰਦਰ ਲੜਕੀਆਂ ਪੜ੍ਹਦੀਆਂ ਹਨ। ਕਿ ਤਿਫਲਾ ਬੁਖਾਦੰਦ ਮੁੱਲਾ ਖੁਸ਼ਸ਼। ਸਤਿਗੁਰੂ ਕਹਿੰਦੇ ਜਿਹੜੇ ਤਾਂ ਲੜਕੇ ਸਨ, ਲੜਕਿਆਂ ਨੂੰ ਜਿਹੜਾ ਮੌਲਾਨਾ ਉਹ ਪੜ੍ਹਾਉਂਦਾ ਹੈ। ਜਨਾਰਾ ਬੁਖਾਦੰਦ ਜਨੇ ਫਾਜ਼ਲਸ਼। ਔਰ ਜਿਹੜੀਆਂ ਲੜਕੀਆਂ ਸਨ ਉਹਨਾਂ ਨੂੰ ਪੜ੍ਹਾਉਣ ਵਾਸਤੇ ਪੜ੍ਹੀ ਲਿਖੀ ਇੱਕ ਵਿਦਵਾਨ ਔਰਤ ਰੱਖੀ ਗਈ ਜੋ ਲੜਕੀਆਂ ਨੂੰ ਪੜ੍ਹਾਉਂਦੀ ਹੈ। ਵਜ਼ਾਦਰ ਮੇ ਆਬੂਦ ਦੀਵਾਰ ਅਜ਼ੀਮ। ਮਦਰਸੇ ਦੇ ਵਿੱਚ ਵਿਚਕਾਰ ਪਰਦਾ ਕੀਤਾ ਗਿਆ, ਜਿੱਥੇ ਉਹ ਬੱਚੇ ਬਹਿ ਕੇ ਪੜ੍ਹਦੇ ਸਨ ਉਹਨਾਂ ਦੇ ਵਿਚਕਾਰ ਇੱਕ ਦੀਵਾਰ ਬਣਾਈ ਗਈ ਹੈ। ਯਕੇ ਆ ਤਰਫ ਬੂਦ ਯਕੇ ਤਰਫ ਈ। ਇੱਕ ਪਾਸੇ ਲੜਕੇ ਬਹਿੰਦੇ ਨੇ ਤੇ ਦੂਜੇ ਪਾਸੇ ਦੀਵਾਰ ਦੇ ਲੜਕੀਆਂ ਬਹਿੰਦੀਆਂ ਹਨ। ਸਬਕ ਬੁਰਦ ਹਰ ਦੋਜ਼ੇ ਹਰ ਯਕ
ਹੁਨਰ। ਜੋ ਵੀ ਉਹ ਵਿਦਵਾਨ ਪੜਾਉਂਦੇ ਨੇ, ਉਹਨਾਂ ਦੇ ਟੀਚਰ ਅਧਿਆਪਕ ਉਹਨਾਂ ਨੂੰ ਪੜਾਉਂਦੇ ਨੇ, ਉਹ ਬੱਚੇ ਉਹਨਾਂ ਦੇ ਪਾਸੋਂ ਹੁਨਰ ਸਿੱਖਦੇ ਨੇ, ਦਿੱਤੀ ਹੋਈ ਸੰਥਿਆ ਪੜ੍ਹਦੇ ਹਨ। ਇਲਮ ਕਸ਼ਮ ਕਸ਼ ਕਰਤ ਬਾਇਕ ਦਿਗਰ। ਇੱਕ ਦੂਜੇ ਦੀ ਖਿੱਚੋ ਤਾਣ ਕਰਦੇ ਨੇ। ਜਿਵੇਂ ਬੱਚਿਆਂ ਦੀ ਆਦਤ ਹੁੰਦੀ ਵੀ ਮੈਂ ਇੱਕ ਤੋਂ ਦੂਜੇ ਤੋਂ ਅੱਗੇ ਲੰਘ ਜਾਵਾਂ, ਵੀ ਮੇਰਾ ਨਾਂ ਸਭ ਤੋਂ ਮੂਹਰੇ ਹੋਵੇ। ਇਸ ਤਰ੍ਹਾਂ ਉਹ ਜਿੰਨੇ ਬੱਚੇ ਸਨ ਵਿਦਿਆ ਪੜ੍ਹਨ ਵਾਸਤੇ ਬੜੀ ਕਸ਼ਮਕਸ਼ ਕਰਦੇ ਹਨ। ਸੁਖਨ ਹਰ ਯਕੇ ਰਾਂਦ ਹਰ ਯਕੇ ਤਾਬ। ਹਰ ਇੱਕ ਕਿਤਾਬ ਦੇ ਲਿਖੇ ਹੋਏ ਚੰਗੇ ਬੋਲ ਪੜ੍ਹਦੇ ਹਨ ਜ਼ੁਬਾਨ ਫੁਰਸ਼ ਅਰਬੀ ਬਿਗੋਇਤ ਜਵਾਬ। ਤੇ ਆਪਣੀ ਜ਼ਬਾਨ ਦੁਆਰਾ ਅਰਬੀ ਜਿਹੜੀ ਭਾਸ਼ਾ ਹੈ, ਫਾਰਸੀ ਭਾਸ਼ਾ ਹੈ, ਉਹੀ ਬੋਲਦੇ ਹਨ। ਇਲਮ ਰਾ ਸੁਖਨ ਰਾਂਦ ਬਾਇਕ ਦਿਗਰ। ਇੱਕ ਦੂਜੇ ਦੇ ਨਾਲ ਵਿਦਿਆ ਦੀ ਗੱਲ ਤੋਰਦੇ ਨੇ, ਵਿਦਿਆ ਦੀ ਗੱਲ ਕਰਦੇ ਹਨ। ਜ਼ੇ ਕਾਮਲ ਜ਼ੇ ਜ਼ਾਇਲ ਜ਼ੇ ਨਾਰਦ ਸਿਰ। ਭਾਵੇਂ ਉੱਥੇ ਕੋਈ ਕਾਮਲ ਸਿਆਣਾ ਬੱਚਾ ਹੈ, ਜੇ ਜ਼ਾਇਲ ਭਾਵੇਂ ਮੂਰਖ ਹੈ, ਨਕੰਮੇ ਵੀ ਹੁੰਦੇ, ਨਲਾਇਕ ਵੀ ਹੁੰਦੇ ਕਲਾਸ ਦੇ ਵਿੱਚ, ਤੇ ਫਿਰ ਜੇ ਨਾਰਦ ਸ਼ੇਰ ਭਾਵੇਂ ਕੋਈ ਸਿਆਣੇ ਸੁਭਾਅ ਵਾਲਾ, ਚੰਗੇ ਸੁਭਾਅ ਵਾਲਾ ਹੈ। ਇਹ ਬੱਚੇ ਜਿਹੜੇ ਸਾਰਿਆਂ ਨਾਲ ਮਿਲ ਕੇ ਵਿਚਾਰਾਂ ਕਰਦੇ, ਇਲਮ ਦੀ ਵਿਦਿਆ ਦੀ ਗੱਲ ਕਰਦੇ ਹਨ। ਕਿ ਸ਼ਮਸ਼ੇਰ ਇਲਮੋ ਅਲੰਬਰ ਕਸ਼ੀ। ਉਥੋਂ ਸ਼ਮਸ਼ੇਰ ਚਲਾਉਣ ਦੀ, ਤਲਵਾਰ ਚਲਾਉਣ ਦੀ ਜਿਹੜੀ ਵਿਦਿਆ ਹੈ, ਤਲਵਾਰ ਚਲਾਉਣ ਦਾ ਇਲਮ ਜਿਹੜਾ ਹੈ, ਉਹ ਵੀ ਇਹਨਾਂ ਨੇ ਪ੍ਰਾਪਤ ਕੀਤਾ ਹੈ। ਬਹਾਰੇ ਜਵਾਨੀ ਬਹਰ ਦੋਰਸ਼ੀ। ਸਤਿਗੁਰੂ ਕਹਿੰਦੇ ਜਦੋਂ ਕਿ ਸ਼ਮਸ਼ੇਰ ਇਲਮੋ ਅਲੰਬਰ ਕਸ਼ੀਦ, ਜਦੋਂ ਇਹਨਾਂ ਨੇ ਤਲਵਾਰ ਦੀ ਵਿਦਿਆ ਦਾ ਝੰਡਾ ਬੁਲੰਦ ਕਰ ਦਿੱਤਾ, ਤਲਵਾਰ ਦੀ ਵਿਦਿਆ ਦਾ ਝੰਡਾ ਚੁੱਕਿਆ, ਤੇ ਉਸ ਵਕਤ ਸਮਾਂ ਆਣ ਪਹੁੰਚਿਆ ਜਦੋਂ ਇਹਨਾਂ ਦੇ ਸਰੀਰ ਤੇ ਜਵਾਨੀ ਆ ਗਈ ਹੈ। ਬਹਾਰਸ਼ ਦਰਿਆਮਤ ਗੁਲੇ ਬੋਸਤਾਂ। ਸਤਿਗੁਰੂ ਕਹਿੰਦੇ ਜੈਸੇ ਫੁਲਵਾੜੀ ਦਾ ਫੁੱਲ ਖਿੜਦਾ ਹੈ ਬਸੰਤ ਰੁੱਤ ਅੰਦਰ, ਇਸੇ ਪ੍ਰਕਾਰ ਇਹਨਾਂ ਦੇ ਸਰੀਰ ਉੱਪਰ ਵੀ ਬਹਾਰ ਆ ਗਈ, ਨੌਜਵਾਨੀ ਆ ਗਈ। ਜੁੰਬਸ਼ ਦਰਿਆਮਤ ਸਹੇ ਚੀਸਤਾਂ। ਇਸ ਤਰ੍ਹਾਂ ਚੀਨ ਦਾ ਜਿਹੜਾ ਬਾਦਸ਼ਾਹ ਸੀ, ਉਹ ਬੜੇ ਤਾਕਤ ਦੇ ਨਾਲ, ਬੜੇ ਜੋਸ਼ ਦੇ ਨਾਲ ਇਹਨਾਂ ਵਿੱਚ ਆ ਗਿਆ। ਚੀਨ ਦੇ ਬਾਦਸ਼ਾਹ ਤੋਂ ਭਾਵ, ਜਿਵੇਂ ਪਿੱਛੇ ਉਦਾਹਰਣ ਦਿੱਤੀ ਸੀ ਇੱਕ ਹਕਾਇਤ ਵਿੱਚ ਮਹਾਰਾਜ ਨੇ, ਕਿ ਚੀਨ ਦਾ ਬਾਦਸ਼ਾਹ ਸੂਰਜ ਹੈ, ਤਾਂ ਸੂਰਜ ਤੋਂ ਭਾਵ ਲੈ ਲਿਆ ਵੀ ਚਮਕ। ਜਦੋਂ ਸਿਆਣੇ ਹੋਏ ਬੱਚੇ, ਨੌਜਵਾਨ ਹੋਏ, ਤੇ ਉਹਨਾਂ ਦੇ ਸਰੀਰ ਦੇ ਅੰਦਰ ਚਮਕ ਪੈਦਾ ਹੋ ਗਈ, ਜਾਣੋ ਵੀ ਚੀਨ ਦਾ ਬਾਦਸ਼ਾਹ ਜੋਸ਼ ਅੰਦਰ ਆ ਗਿਆ ਹੋਵੇ। ਬਾਰਕਸ਼ੰਦਰ ਆਮਦ ਸ਼ਹਿਨਸ਼ਾਹ ਜੀ। ਇਸ ਪ੍ਰਕਾਰ ਜਿਹੜਾ ਚੀਨ ਦਾ ਸ਼ਹਿਨਸ਼ਾਹ ਸੀਗਾ, ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਪ੍ਰਗਟ ਹੋ ਗਿਆ, ਚਮਕ ਆ ਗਈ। ਬਖੂਬੀ ਦਰਿਆਮਤ ਨੇ ਨਾਜ਼ਨੀ। ਜਿਹੜਾ ਉਹ ਲੜਕਾ ਸੀਗਾ ਵਜ਼ੀਰ ਸਾਹਿਬ ਦਾ, ਮਹਾਰਾਜ ਜੀ ਕਹਿੰਦੇ ਉਹ ਵੀ ਸਿਆਣਾ ਹੋ ਗਿਆ, ਉਹਦੇ ਤੇ ਵੀ ਜਵਾਨੀ ਆ ਗਈ। ਤੇ ਦੂਜੇ ਪਾਸੇ ਜਿਹੜੀ ਰੌਸ਼ਨ ਚਿਰਾਗ ਦੂਜੇ ਵਜ਼ੀਰ ਦੀ ਬੇਟੀ ਹੈ, ਉਹਦੇ ਅੰਦਰ ਵੀ ਇਸ ਤਰ੍ਹਾਂ ਨੌਜਵਾਨੀ ਆ ਗਈ ਹੈ। ਬਖੂਬੀ ਦਰਿਆਮਤ ਗੁਲੇ ਬੋਸਤਾਂ। ਇਸ ਪ੍ਰਕਾਰ ਪਾਤਸ਼ਾਹ ਕਹਿੰਦੇ ਗੁਲੇ ਬੋਸਤਾਂ, ਜਿਸ ਤਰ੍ਹਾਂ ਫੁਲਵਾੜੀ ਦੇ ਅੰਦਰ ਫੁੱਲ ਖਿੜਦੇ ਨੇ, ਇਸੇ ਤਰ੍ਹਾਂ ਉਹ ਖਿੜ ਗਏ ਹਨ। ਵਾ ਐਸ਼ੰਦਰ ਆਮਦ ਦਿਲੇ ਦੋਸਤਾਂ। ਇਸ ਤਰ੍ਹਾਂ ਜਦੋਂ ਬੱਚੇ ਹੌਲੀ ਹੌਲੀ ਸਿਆਣੇ ਹੋਣ ਲੱਗੇ, ਤੇ ਇੱਕ ਦੂਜੇ ਦੇ ਨਾਲ ਉਹ ਸਾਰੇ ਬੱਚੇ ਮਿਲ ਕਰਕੇ ਐਸ਼ ਕਰਦੇ ਹਨ। ਜੇ ਦੇਵਾਰ ਜੋ ਅੰਦਰੂ ਮੁਸਹਸਤ। ਜਿਹੜੀ ਉਹ ਮਲਾਣੇ ਨੇ ਵਿਚਕਾਰ ਕਹਿੰਦੇ ਦੀਵਾਰ ਬਣਾਈ ਸੀ, ਉਸ ਦੀਵਾਰ ਦੇ ਅੰਦਰ ਇੱਕ ਚੂਹਾ ਰਹਿੰਦਾ ਹੈ। ਜੇ ਦੇਵਾਰ ਉਹ ਹਮਚੂ ਸੁਖਾਰ ਗਸ਼ਤ। ਉਹਨੇ ਕਹਿੰਦੇ ਚੂਹੇ ਨੇ ਨਾ ਵਿੱਚ ਸੁਰਾਖ ਕਰ ਦਿੱਤਾ, ਵੀ ਉਹਨੇ ਖੁੱਡ ਬਣਾਈ ਹੋਈ ਸੀ ਤੇ ਵਿਚਕਾਰ ਉਹਦੇ ਇੱਕ ਸੁਰਾਖ ਬਣਾ ਦਿੱਤਾ ਹੈ। ਬਾਦੀਦਨ ਅਜ਼ਾ ਅੰਦਰੂ ਹਰ ਦੋਤਨ। ਉਹ ਜਿਹੜੇ ਬੱਚੇ ਸਨ, ਉਹ ਸੁਰਾਖ ਦੇ ਨਾਲ ਇੱਕ ਦੂਜੇ ਨੂੰ ਇੱਧਰ ਉੱਧਰ ਵੇਖਦੇ ਹਨ। ਚਰਾਗੇ ਜਹਾਂ ਆਫਤਾਬੇ ਯਮਨ। ਚਰਾਗੇ ਜਹਾਂ, ਇਸ ਜਹਾਨ ਦਾ ਚਿਰਾਗ, ਵਜ਼ੀਰ ਦਾ ਜਿਹੜਾ ਉਹ ਲੜਕਾ ਸੀਗਾ ਰੌਸ਼ਨ ਜਮੀਰ, ਇੱਕ ਪਾਸੇ ਉਹ, ਤੇ ਫਿਰ ਆਫਤਾਬੇ ਯਮਨ ਦਾ ਜਿਹੜਾ ਆਫਤਾਬ, ਦੂਜੇ ਪਾਸੇ ਜਿਹੜੀ ਉਹ ਲੜਕੀ ਸੀਗੀ ਰੌਸ਼ਨ ਚਿਰਾਗ, ਉਹ ਵੀ ਉੱਥੇ ਹੀ ਕਹਿੰਦੇ ਇੱਕ ਦੂਜੇ ਨੂੰ ਉਸ ਛੇਦ ਦੇ ਰਾਹੀਂ ਵੇਖਣਾ ਕਰਦੇ ਹਨ। ਚੁਨਾ ਇਸ਼ਕ ਆਵੇਕਤ ਹਰ ਦੋ ਨਿਹਾ। ਇਸ ਪ੍ਰਕਾਰ ਉਹ ਦੋਨੇ ਜਾਣੇ ਇੱਕ ਦੂਜੇ ਦੇ ਮੋਹ ਦੇ ਵਿੱਚ ਫਸ ਗਏ ਹਨ। ਇਲਮ ਸ਼ਰਵਦ ਦਸਤ ਹੋਸ਼ ਅਸ ਜਹਾਂ। ਸਤਿਗੁਰੂ ਕਹਿੰਦੇ ਜਦੋਂ ਇਦਾਂ ਦੀ ਅਵਸਥਾ ਬਣ ਜਾਂਦੀ ਹੈ ਨਾ, ਉਦੋਂ ਮਨੁੱਖ ਦੀ ਹੋਸ਼ ਜਿਹੜੀ ਉਹ ਭੁੱਲ ਜਾਂਦੀ, ਉਹਦਾ ਦਿਮਾਗ ਬਿਲਕੁਲ ਖਤਮ ਹੋ ਜਾਂਦਾ ਹੈ। ਚੁਨਾ ਹਰ ਦੋ ਆਵੇਕਤ ਬਾਹਮ ਗਰੇ ਰਕੇ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ
ਕਿ ਜਦੋਂ ਉਹਨਾਂ ਨੇ ਇੱਕ ਦੂਜੇ ਵੱਲ ਵੇਖਣਾ ਕੀਤਾ ਹੈ, ਵੇਖਣ ਦੇ ਨਾਲ ਜਦੋਂ ਉਹਨਾਂ ਦਾ ਮਨ ਮੋਹ ਦੇ ਵਿੱਚ ਜਾ ਕੇ ਡੁੱਬ ਗਿਆ ਹੈ। ਕਿ ਦਸਤਸ ਇਨਾ ਰਫਤ ਪਾ ਅਜ਼ ਰਕੇ। ਜਿਵੇਂ ਕੋਈ ਨੌਜਵਾਨ ਯੋਧਾ ਘੋੜੇ ਤੇ ਸਵਾਰ ਹੋਵੇ ਨਾ, ਤੇ ਜਦੋਂ ਉਹਦੇ ਹੱਥ ਵਿੱਚੋਂ ਰਕਾਬ, ਹੱਥ ਵਿੱਚੋਂ ਬਾਗਾਂ ਤੇ ਪੈਰ ਵਿੱਚੋਂ ਰਕਾਬ ਨਿਕਲ ਜਾਏ, ਉਹ ਘੋੜਾ ਹਮੇਸ਼ਾ ਡਿੱਗ ਪੈਂਦਾ, ਘੋੜੇ ਤੋਂ ਉਹ ਨੌਜਵਾਨ ਹਮੇਸ਼ਾ ਡਿੱਗ ਪੈਂਦਾ। ਜਿਹਦੇ ਹੱਥ ਵਿੱਚੋਂ ਬਾਗਾਂ ਨਿਕਲ ਜਾਣ ਤੇ ਘੋੜੇ ਦੀ ਰਕਾਬ ਵਿੱਚੋਂ ਜਿਹਦੇ ਪੈਰ ਨਿਕਲ ਜਾਣ, ਉਹ ਸਵਾਰ ਹਮੇਸ਼ਾ ਡਿੱਗ ਪੈਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕਿ ਵਿਦਿਆ ਪੜ੍ਹਦੇ ਸਨ ਤੇ ਜਿਹੜੀ ਬੁੱਧੀ ਸੀ ਉਹ ਭ੍ਰਸ਼ਟ ਹੋ ਗਈ, ਸੁਰਤ ਹੋਰ ਪਾਸੇ ਚੱਲ ਪਈ। ਜਿਹਦੇ ਨਾਲ ਇਸ ਤਰ੍ਹਾਂ ਜਾਣੋ ਵੀ ਇਹਨਾਂ ਦੋਹਾਂ ਜਾਣਿਆਂ ਦੇ ਹੱਥਾਂ ਵਿੱਚੋਂ ਘੋੜੇ ਦੀਆਂ ਲਗਾਮਾਂ, ਬਾਗਾਂ ਤੇ ਪੈਰ ਵਿੱਚੋਂ ਰਕਾਬ ਨਿਕਲ ਗਈ। ਬਹੁਤ ਸਾਰੇ ਬੱਚੇ ਜਿਹੜੇ, ਇਹ ਬਚਨ ਸੱਚਾ ਹੈ, ਮੈਂ ਕਦੇ ਵੀ ਗੁਰੇਜ਼ ਨਹੀਂ ਕਰਦਾ, ਕਿਉਂ ਜਦੋਂ ਲੋਭ ਦੀ ਗੱਲ ਹੁੰਦੀ ਹੈ ਨਾ, ਆਪਾਂ ਕਿੰਨਾ ਵਿਖਿਆਨ ਕਰਦੇ ਹਾਂ ਲੋਕਾਂ ਨੂੰ ਸਮਝਾਉਣ ਲਈ। ਜਿੱਥੇ ਕ੍ਰੋਧ ਦੀ ਗੱਲ ਚੱਲਦੀ ਹੈ, ਕਿੰਨਾ ਵਿਖਿਆਨ ਕਰਦੇ ਹਾਂ। ਪਰ ਇੱਕ ਇਹੋ ਜਿਹਾ ਵਿਕਾਰ ਜਿਹੜਾ ਕਾਮ ਹੈ, ਉਹਦੇ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੁੰਦਾ। ਅੱਜ ਦੇ ਸਮਾਜ ਦੇ ਅੰਦਰ ਇਹ ਵਿਕਾਰ ਇੰਨਾ ਮਨੁੱਖਤਾ ਦੇ ਉੱਪਰ ਹਾਵੀ ਹੈ, ਔਰ ਅੱਜ ਦਾ ਹਰ ਇੱਕ ਮਨੁੱਖ ਜਿਹੜੇ ਉਹਦੇ ਦਿਮਾਗ ਦੇ ਅੰਦਰ ਇਹ ਗੱਲਾਂ ਚੱਲਦੀਆਂ ਨੇ, ਪਰ ਅਸੀਂ ਚਾਹੁੰਦੇ ਹਾਂ ਵੀ ਇਹ ਗੱਲ ਕੀਤੀ ਨਾ ਜਾਵੇ। ਪਰ ਗੁਰੂ ਦਸਵੇਂ ਪਾਤਸ਼ਾਹ ਨੇ ਗੱਲਾਂ ਖੋਲ ਕੇ ਮਨੁੱਖਤਾ ਨੂੰ ਸਮਝਾਈਆਂ ਨੇ। ਜਦੋਂ ਕੋਈ ਬੱਚਾ ਵਿਦਿਆ ਪੜ੍ਹਦਾ ਹੁੰਦਾ, ਜਦੋਂ ਉਹਦੀ ਸੁਰਤ ਇਸ ਪਾਸੇ ਤੁਰ ਪੈਂਦੀ ਹੈ ਨਾ, ਉਹਦੇ ਹੱਥੋਂ ਸਾਰਾ ਕੁਝ ਹੀ ਨਿਕਲ ਜਾਂਦਾ, ਉਹ ਵਿਦਿਆ ਪੜ੍ਹਾਈ ਸਭ ਕੁਝ ਭੁੱਲ ਜਾਂਦਾ ਹੈ। ਵਿਦਵਾਨ ਪੰਡਤ ਹਰਦਿਆਲ ਜੀ ਨੇ ਇੱਕ ਬੜਾ ਸੋਹਣਾ ਬਚਨ ਲਿਖਿਆ ਜੇ। ਉਹ ਕਹਿੰਦੇ ਨੇ ਕਿ ਜਦੋਂ ਕੋਈ ਇਨਸਾਨ ਵਿਦਿਆ ਪੜ੍ਹਨ ਵੇਲੇ ਮੋਹ ਵਿੱਚ ਫਸ ਜਾਂਦਾ ਹੈ, ਉਹਦੀ ਜਿਹੜੀ ਪਹਿਲੀ ਅਕਲ ਹੁੰਦੀ ਹੈ, ਜਿੰਨੀ ਕੁ ਉਹਦੇ ਕੋਲ ਸਿਆਣਪ ਹੁੰਦੀ ਹੈ ਨਾ, ਉਹ ਵੀ ਖਤਮ ਹੋ ਜਾਂਦੀ ਹੈ। ਜਿਹੜੀ ਸਿਆਣਪ ਉਹਨੂੰ ਹਲੇ ਆਉਣੀ ਹੁੰਦੀ ਹੈ, ਉਹ ਵੀ ਪਹਿਲਾਂ ਹੀ ਖਤਮ ਹੋ ਜਾਂਦੀ। ਆਉਣ ਤੋਂ ਪਹਿਲਾਂ ਸਿਆਣਪ ਚਲੀ ਜਾਂਦੀ, ਜਿਹੜੀ ਹੈ ਉਹ ਵੀ ਗਈ, ਜਿਹੜੀ ਆਉਣੀ ਹੈ ਉਹ ਵੀ ਚਲੀ ਗਈ। ਤੋ ਇਹਦਾ ਭਾਵ ਹੈ ਕਿ ਜਦੋਂ ਅਸਵਾਰ ਘੋੜੇ ਤੇ ਬੈਠਾ ਹੋਵੇ, ਜੇ ਲਗਾਮ ਤੇ ਪੈਰ ਵਿੱਚੋਂ ਰਕਾਬ ਨਿਕਲ ਜਾਏ ਤੇ ਉਹ ਡਿੱਗਦਾ ਹੀ ਡਿੱਗਦਾ ਹੈ। ਤੇ ਜਿਸ ਇਨਸਾਨ ਦੀ ਬੁੱਧੀ ਦੇ ਅੰਦਰ ਇਹ ਜਿਹੜਾ ਸੱਪ ਵੜ ਜਾਂਦਾ ਹੈ ਨਾ, ਮਹਾਰਾਜ ਕਹਿੰਦੇ ਸਮਝੋ ਵੀ ਉਹ ਡਿੱਗਿਆ, ਅੱਜ ਡਿੱਗਿਆ ਤੇ ਕੱਲ ਡਿੱਗਿਆ। ਉਹ ਦੋਨੇ ਜਾਣੇ ਜੋ ਵਿਦਿਆ ਪੜ੍ਹਨ ਵਾਸਤੇ ਆਏ ਸਨ, ਜਦੋਂ ਮੋਹ ਦੇ ਵਿੱਚ ਜਾ ਕੇ ਫਸ ਗਏ, ਤੇ ਸਤਿਗੁਰੂ ਕਹਿੰਦੇ ਫਿਰ ਇਸ ਤਰ੍ਹਾਂ ਜਾਣੋ ਕਿ ਜਿਸ ਪ੍ਰਕਾਰ ਕੋਈ ਕੇ ਦਸਤ ਅਜ਼ ਇਆਂ ਰਫਤ ਪਾ ਅਜ਼ ਰਕੇਬ, ਜਿਸ ਪ੍ਰਕਾਰ ਪੈਰਾਂ ਵਿੱਚੋਂ ਰਕੇਬ ਜਿਹੜੀ ਜਿਹਨੂੰ ਰਕਾਬ ਕਹਿੰਦੇ ਆ, ਰਕਾਬ ਛੁੱਟ ਗਈ ਤੇ ਹੱਥਾਂ ਵਿੱਚੋਂ ਘੋੜੇ ਦੀ ਲਗਾਮ ਛੁੱਟ ਗਈ ਹੈ। ਤੇ ਪੁਰਸ਼ੀਦ ਹਰ ਦੋ ਕੇ ਏ ਨੇਕ ਖੋਏ। ਸਤਿਗੁਰੂ ਜੀ ਕਹਿੰਦੇ ਜਦੋਂ ਉਹਨਾਂ ਦੀ ਹਾਲਤ ਇਦਾਂ ਦੀ ਹੋ ਗਈ, ਪੜ੍ਹਨਾ ਉਹਨਾਂ ਨੇ ਛੱਡ ਦਿੱਤਾ। ਇੱਕ ਦਿਨ ਜਿਹੜਾ ਉਹ ਮੌਲਾਨਾ ਸੀ ਨਾ, ਟੀਚਰ ਸੀ, ਉਹ ਲੜਕੇ ਨੂੰ ਆਖਣ ਲੱਗਾ, ਪੁੱਛਣ ਲੱਗਾ ਹੈ, हे ਨੇਕ ਇਨਸਾਨ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਕਰ ਕਿ ਇਹ ਆਫਤਾਬੇ ਜਹਾਂ ਮਾਹੇ ਰੋਏ। ਉਹਨੇ ਆਖਿਆ ਕਿ हे ਸੂਰਜ ਦੀ ਨਿਆਈ ਚਮਕਣ ਵਾਲੇ, ਆਕਾਸ਼ ਦੇ ਵਿੱਚ ਚਮਕਦੇ ਹੋਏ ਚੰਦਰਮੇ ਦੀ ਨਿਆਈ ਉਜਲ ਸਰੂਪ ਵਾਲੇ, ਸੁਣ ਕਿ ਈ ਹਾਲ ਗੁਜ਼ਰਦ ਬਾ ਆਹਰ ਦੋ ਤਨ। ਕਹਿੰਦੇ ਤੁਹਾਡਾ ਇਹੋ ਜਿਹਾ ਹਾਲ ਹੋ ਚੁੱਕਾ ਹੈ। ਉਹਨੇ ਆਖਿਆ ਵੀ ਮੈਂ ਉਧਰ ਰੌਸ਼ਨ ਜ਼ਮੀਰ ਤੇ ਰੌਸ਼ਨ ਚਿਰਾਗ ਦੋਹਾਂ ਨੂੰ ਦੇਖਿਆ, ਤੁਹਾਡੀ ਦੋਹਾਂ ਦੀ ਹਾਲਤ ਜਿਹੜੀ ਇਦਾਂ ਦੀ ਹੋ ਗਈ ਹੈ। ਬੇਪੁਰਸ਼ੀਦ ਅਖੰਡ व ਅਖਵੰਜਨ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਵੀ ਜਿਹੜਾ ਉਹ ਲੜਕਾ ਸੀਗਾ, ਉਹਦੇ ਕੋਲੋਂ ਮੌਲਾਨਾ ਪੁੱਛਣ ਲੱਗਾ, ਤੇ ਦੂਜੇ ਪਾਸੇ ਵਾ ਅਖਵੰਦ ਜਨ, ਤੇ ਜਿਹੜੀ ਉਹ ਲੜਕੀ ਸੀ ਉਹਦੇ ਕੋਲੋਂ ਜਿਹੜੀ ਉਹ ਅਧਿਆਪਕਾ ਸੀਗੀ, ਜਿਹੜੀ ਔਰਤ ਉਹਨਾਂ ਨੂੰ ਪੜਾਉਂਦੀ ਸੀ, ਉਹ ਪੁੱਛਣ ਲੱਗੀ ਹੈ, ਚਰਾਗੇ ਫਲਕ ਆਫਤਾਬੇ ਜਹਾਂ। ਉਹਨਾਂ ਨੇ ਆਖਿਆ ਕਿ ਫਲਕ ਦੇ ਚਰਾਗ ਤੇ ਜਹਾਨ ਦੇ ਸੂਰਜ ਆਫਤਾਬ ਸੁਣੋ। ਚਿਰਾ ਲਾਗਰੀ ਗਸ਼ਤ ਵਜਹੇ ਹੁਮਾ। ਕਹਿੰਦੇ ਤੁਹਾਡੇ ਸਰੀਰ ਦੇ ਵਿੱਚ ਨਾ ਕਮਜ਼ੋਰੀ ਆਂਦੀ ਜਾਂਦੀ ਹੈ। ਲਾਗਰੀ ਕਹਿੰਦੇ ਨੇ ਫਾਰਸੀ ਦੇ ਵਿੱਚ ਲਿੱਸੇਪਣ ਨੂੰ, ਵੀ ਉਹ ਕਹਿੰਦੇ ਅਸਾਂ ਤੁਹਾਨੂੰ ਰੋਜ਼ ਵੇਖਦੇ ਆਂ ਵੀ ਤੁਹਾਡਾ ਸਰੀਰ ਨਾ ਦਿਨ ਪ੍ਰਤ ਦਿਨ ਲਿੱਸਾ ਹੁੰਦਾ ਜਾਂਦਾ, ਕਮਜ਼ੋਰ ਹੁੰਦਾ ਜਾਂਦਾ ਹੈ। ਜੇ ਆਜ਼ਾਰ ਕਸ਼ਤੈ ਬਿਗੋ ਜਾਨਮਾ। ਸਾਧ ਸੰਗਤ ਤੋਂ ਟੀਚਰ ਆਖਣ ਲੱਗੀ, ਆਖਦੀ ਹੈ ਕਿ ਜਾਨ ਮਾਂ, ਇਹਦਾ ਅਰਥ ਹੈ ਵੀ ਮੇਰੀ ਜਾਨ। ਉਹਨੇ ਬੱਚੀ ਨੂੰ ਪਿਆਰ ਨਾਲ ਸਮਝਾਇਆ, ਆਖਦੀ ਮੈਨੂੰ ਦੱਸਦਾ ਸੀ ਵੀ ਐਸਾ ਕੀ ਹੋਇਆ
ਕਿ ਤੇਰਾ ਸਰੀਰ ਇੰਨਾ ਲਿੱਸਾ ਕਮਜ਼ੋਰ ਹੋ ਗਿਆ ਹੈ ਕੇ ਲਾਗਰ ਚਿਰਾ ਗਸ਼ਤੀਏ ਨਾ ਜਾਨਮਾ। ਦਿਨ ਪ੍ਰਤ ਦਿਨ ਜਿੱਥੇ ਵਿਦਿਆ ਵਿਸਰਦੀ ਜਾਂਦੀ ਹੈ, ਜਿੱਥੇ ਹੋਸ਼ ਤੁਹਾਡਾ ਭੁੱਲਦਾ ਜਾਂਦਾ, ਉੱਥੇ ਸਰੀਰ ਲਿੱਸਾ ਹੁੰਦਾ ਜਾਂਦਾ ਹੈ। ਹਜ਼ਾਰਸ਼ ਬੇਗੋਤਾ ਇਲਾਜੇ ਗੁਨਮ। ਜੇਕਰ ਤੂੰ ਮੈਨੂੰ ਦੱਸ ਦੇਵੇਂ ਵੀ ਤੈਨੂੰ ਦੁੱਖ ਕੀ ਹੈ ਤੇ ਮੈਂ ਤੇਰਾ ਕੋਈ ਨਾ ਕੋਈ ਇਲਾਜ ਕਰ ਸਕਦੀ ਹਾਂ। ਕੇ ਮਰਜ਼ੇ ਸ਼ੁਮਾਰਾ ਖੇ ਰਾਜੇ ਗੁਨਮ। ਜੇ ਤੂੰ ਮੈਨੂੰ ਦੁੱਖ ਦੱਸੇਂਗੀ ਤੇ ਫਿਰ ਉਸ ਮਰਜ਼ ਦਾ ਇਲਾਜ ਵੀ ਮੇਰੇ ਕੋਲ ਹੈ। ਜੇ ਤੂੰ ਗੱਲ ਹੀ ਨਾ ਦੱਸੇਂਗੀ ਤੇ ਮੈਨੂੰ ਕਿਵੇਂ ਪਤਾ ਲੱਗੇਗਾ ਵੀ ਤੈਨੂੰ ਦੁੱਖ ਕੀ ਹੈ, ਤੈਨੂੰ ਤਕਲੀਫ ਕੀ ਹੈ। ਸ਼ੁਨੀ ਦੀ ਈ ਸੁਖਨ ਰਾ ਨਾ ਦਾਦਸ਼ ਜਵਾਬ। ਸਾਹਿਬ ਕਹਿੰਦੇ ਉਸ ਲੜਕੀ ਨੇ ਗੱਲ ਤਾਂ ਸੁਣ ਲਈ ਪਰ ਅੱਗੋਂ ਟੀਚਰ ਨੂੰ, ਅਧਿਆਪਕਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਪਰੋ ਬੁਰਦ ਹਰ ਦੋਤ ਨੇ ਇਸ਼ਕਤਾ। ਪਰ ਸਤਿਗੁਰੂ ਕਹਿੰਦੇ ਵੀ ਇਹ ਗੱਲ ਬਹੁਤੀ ਦੇਰ ਨਾ ਕਦੇ ਲੁਕਿਆ ਨਹੀਂ ਕਰਦੀ। ਅਸਲ ਵਿੱਚ ਉਹਨਾਂ ਦੇ ਸਰੀਰ ਵਿੱਚ ਜਿਹੜੀ ਤਾਬ ਸੀ ਨਾ ਪ੍ਰੇਮ ਦੀ, ਉਹ ਹੌਲੀ ਹੌਲੀ ਪ੍ਰਗਟ ਹੋਣ ਲੱਗ ਪਈ ਹੈ। ਜੋ ਗੁਜ਼ਰੀਦ ਬਰਵੈ ਦੋ ਸੇ ਚਾਰ ਰੋ। ਇਸ ਤਰ੍ਹਾਂ ਕਰੀਬਨ 2-4 ਦਿਨ ਲੰਘ ਗਏ। ਮੁਲਾਣੇ ਨੇ ਲੜਕੇ ਨੂੰ ਪੁੱਛਿਆ, ਉਸ ਬੀਬੀ ਔਰਤ ਨੇ ਲੜਕੀ ਨੂੰ ਪੁੱਛਿਆ, ਪਰ ਉਹਨਾਂ ਜਵਾਬ ਕੋਈ ਨਾ ਦਿੱਤਾ। ਇਸ ਤਰ੍ਹਾਂ ਸਾਹਿਬ ਕਹਿੰਦੇ 2-4 ਦਿਨਾਂ ਦਾ ਸਮਾਂ ਫਿਰ ਲੰਘ ਗਿਆ ਹੈ। ਬਰੇ ਆਮਦ ਦੋ ਤਨ ਹਰ ਦੁਗੇਤੀ ਫਰੋ। ਹੌਲੀ ਹੌਲੀ ਉਹਨਾਂ ਦੇ ਸਰੀਰ ਵਿੱਚ ਕਮਜ਼ੋਰੀ ਜਿਹੜੀ ਹੈ, ਲਿੱਸਾਪਣ ਬੜੀ ਤੇਜ਼ੀ ਨਾਲ ਆਉਣ ਲੱਗਾ ਹੈ। ਪਰੋ ਦੂਰ ਗਸ਼ਤੰਦ ਤਿਫਲੀ ਗੁਵਾਰ। ਸਤਿਗੁਰੂ ਸਾਹਿਬ ਜੀ ਕਹਿੰਦੇ ਸਰੀਰ ਦੇ ਵਿੱਚ ਜਿਹੜਾ ਅਣਜਾਣਪੁਣਾ ਸੀ ਨਾ, ਬਚਪਨਾ ਸੀਗਾ, ਉਹ ਸਾਰਾ ਹੀ ਕਹਿੰਦੇ ਸਰੀਰ ਵਿੱਚੋਂ ਨਿਕਲ ਗਿਆ ਹੈ। ਕੇ ਮੋਹਰਸ਼ ਭਰਿਆ ਵਰਦ ਚੂਨੋ ਬਹਾਰ। ਇਸ ਪ੍ਰਕਾਰ ਜਿਵੇਂ ਬਸੰਤ ਦੇ ਰੁੱਤ ਦੇ ਅੰਦਰ ਫੁੱਲ ਖਿੜਦੇ ਨੇ, ਬਹਾਰ ਆਉਂਦੀ ਹੈ, ਇਸੇ ਤਰ੍ਹਾਂ ਉਹਨਾਂ ਦੇ ਸਰੀਰ ਦੇ ਅੰਦਰ ਵੀ ਨੌਜਵਾਨੀ ਦੀ, ਜੋਬਨ ਦੀ ਬਹਾਰ ਆ ਗਈ ਹੈ। ਵਜ਼ਾਫਾਜ਼ ਲਸ਼ਬੂਦ ਦੁਖਤਰ ਯਕੇ। ਉਹ ਜਿਹੜਾ ਰੂਮ ਦਾ ਮਲਾਉਣਾ ਸੀਗਾ, ਜਿਹੜਾ ਪੜਾਉਂਦਾ ਸੀ, ਵਿਦਵਾਨ ਸੀਗਾ, ਉਹਦੇ ਘਰ ਦੇ ਵਿੱਚ ਇੱਕ ਸਿਆਣੀ ਉਹਦੀ ਬੇਟੀ ਹੈ। ਕਿ ਸੂਰਜ ਜਮਾਲਸਤ ਦਾਨਸ਼ ਬਸ਼ੇ। ਸੂਰਤ ਕਰਕੇ ਅਤੀ ਸੁੰਦਰ ਹੈ ਤੇ ਸਤਿਗੁਰੂ ਕਹਿੰਦੇ ਬੁੱਧੀ ਕਰਕੇ ਬਹੁਤ ਸਿਆਣੀ ਹੈ। ਸ਼ਨਾਸ਼ੀਦ ਔਰਾ ਜੇ ਹਾਲਤ ਵਜ਼ਾ। ਉਸ ਮੁਲਾਣੇ ਦੀ ਬੇਟੀ ਨੇ ਜਦੋਂ ਇਹਨਾਂ ਦੋਹਾਂ ਦੀ ਹਾਲਤ ਨੂੰ ਆ ਕੇ ਵੇਖਿਆ ਹੈ, ਗੁਫਤਸ਼ ਦਰੂ ਖਿਲਵਤਸ਼ ਖੁਸ਼ ਜ਼ੁਬਾਨ। ਸਤਿਗੁਰੂ ਕਹਿੰਦੇ ਉਹ ਜੋ ਖੁਸ਼ ਜ਼ੁਬਾਨ ਲੜਕੀ ਸੀ, ਭਾਵ ਚੰਗਾ ਬੋਲਣ ਵਾਲੀ ਲੜਕੀ ਸੀ ਮੁਲਾਣੇ ਦੀ, ਉਹਨੇ ਕੀ ਕੀਤਾ, ਉਹ ਜਿਹੜੀ ਰੌਸ਼ਨ ਚਰਾਗ ਲੜਕੀ ਸੀ ਉਹਨੂੰ ਇੱਕ ਪਾਸੇ ਲੈ ਗਈ, ਇਕਾਂਤ ਵਿੱਚ ਲੈ ਗਈ ਹੈ। ਕਿ ਇਹ ਸਰਵ ਕੁਦ ਮਾਹਰੋ ਸੀਮਤਨ। ਉਹਨੇ ਬੜੇ ਪਿਆਰ ਨਾਲ ਸਮਝਾਇਆ, ਆਖਣ ਲੱਗੀ ਕਿ ਇਹ ਸਰਵ ਕਦ, ਸਰੂ ਦਾ ਦਰਖਤ ਉੱਚਾ ਹੁੰਦਾ ਹੈ ਨਾ, ਜੋ ਲੜਕੀ ਦਾ ਕੱਦ ਉੱਚਾ ਸੀ, ਉਹਨੇ ਆਖਿਆ ਵੀ ਤੇਰਾ ਕੱਦ ਜੈਸੇ ਸਰੂ ਦਾ ਦਰਖਤ ਹੈ। ਮਹਾਰੋ ਸੀਮ ਤਨ, ਸੀਮ ਨਾਮ ਚਾਂਦੀ ਦਾ, ਜਿਵੇਂ ਚਾਂਦੀ ਦੀ ਸ਼ੋਭਾ ਹੁੰਦੀ ਐਸੇ ਪ੍ਰਕਾਰ ਤੇਰੀ ਸਰੀਰ ਦੀ ਸ਼ੋਭਾ ਚਾਂਦੀ ਦੀ ਨਿਆਈ ਹੈ। ਚਰਾਗੇ ਫਲਕ ਆਫਤਾਬੇ ਯਮਨ। ਤੂੰ ਫਲਕ ਆਕਾਸ਼ ਦੀ ਚਰਾਗ ਹੈ ਤੇ ਯਮਨ ਜਹਾਨ ਦਾ ਤੂੰ ਸੂਰਜ ਹੈ। ਜੁਦਾਈ ਮਰਾ ਅਸਤੁਰਾ ਕੁਤਰਹ ਨੇਸਤ। ਉਹ ਲੜਕੇ ਕਹਿਣ ਲੱਗੇ ਮੈਨੂੰ ਪਤਾ ਹੈ ਕਿ ਅੰਦਰ ਤੇਰੇ ਅੰਦਰ ਦੁੱਖ ਜਿਹੜਾ ਜੁਦਾਈ ਦਾ ਹੈ, ਜਿਹਦੇ ਤੋਂ ਵਿਛੜ ਕੇ ਤੂੰ ਕਤਰਾ ਮਾਤਰ ਥੋੜਾ ਜਿਹਾ ਵੀ ਤੂੰ ਜੀ ਨਹੀਂ ਸਕਦੀ। ਬਾਦੀ ਦੰਦੋ ਕਾਲਬ ਬਾਗੁਫਤਨ ਯਕੇ। ਇਸ ਵਾਸਤੇ ਮੈਂ ਤੈਨੂੰ ਤੇਰਾ ਦੁੱਖ ਵੇਖ ਕੇ ਮੈਂ ਇੱਥੇ ਬੁਲਾਇਆ। ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਤੇ ਤੂੰ ਮੈਨੂੰ ਇਕੱਲੀ ਨੂੰ ਦੱਸ ਕੇ ਹੋਇਆ ਕੀ ਹੈ। ਬਾਮਨ ਹਾਲ ਗੋਤਾ ਚੇ ਗੁਜ਼ਰਤ ਤੁਰਾਂ। ਤੇਰੇ ਅੰਦਰ ਦਾ ਜਿਹੜਾ ਹਾਲ ਤੇ ਤੇਰੇ ਬਾਹਰ ਦਾ ਜਿਹੜਾ ਹਾਲ ਹੈ, ਉਹ ਵੇਖ ਕੇ ਮੈਨੂੰ ਬੜਾ ਦੁੱਖ ਲੱਗਿਆ। ਜੇ ਗੁਜ਼ਰਦ ਤੁਰਾ, ਤੇਰੇ ਉੱਪਰ ਕੀ ਹਾਲ ਬੀਤ ਰਿਹਾ ਹੈ। ਕਿ ਸ਼ੋਜ਼ਤ ਹਮੇ ਜਾਨ ਜਿਗਰੇ ਮਰਾ। ਤੇ ਤੂੰ ਸਾਰਾ ਕੁਝ ਨਾ ਮੈਨੂੰ ਦੱਸ, ਕਿਉਂਕਿ ਮੈਂ ਵੀ ਤੇਰੀ ਹਾਲਤ ਵੇਖ ਕੇ ਸੋਚਾਂ ਦੇ ਵਿੱਚ ਪੈ ਗਈ ਹਾਂ। ਕਿ ਪਿਨਹਾ ਸੁਖਨ ਕਰਦ ਯਾਰਾ ਖਤਾ। ਜਿਹੜਾ ਇਨਸਾਨ ਅੰਦਰ ਦੀ ਗੱਲ ਆਪਣੇ ਮਿੱਤਰ ਨੂੰ ਨਹੀਂ ਦੱਸਦਾ, ਉਹ ਬਹੁਤ ਵੱਡੀ ਖਤਾ ਕਰਦਾ ਹੈ। ਜੋ ਅੰਦਰ ਦੀ ਗੱਲ ਹੈ ਉਹ ਆਪਣੇ ਮਿੱਤਰ ਨੂੰ ਦੱਸ ਦੇਣੀ ਚਾਹੀਦੀ ਹੈ। ਉਹ ਲੜਕੀ ਕਹਿੰਦੀ ਤੂੰ ਮੇਰੀ ਮਿੱਤਰ ਹੈ, ਇਸ ਵਾਸਤੇ ਮੈਂ ਚਾਹੁੰਦੀ ਆ ਕਿ ਤੂੰ ਇਹ ਖਤਾ ਭੁੱਲ ਨਾ ਕਰ
ਤੇਰੇ ਅੰਦਰ ਦੀ ਮਨ ਦੀ ਜਿਹੜੀ ਗੱਲ ਤੂੰ ਮੈਨੂੰ ਦੱਸ ਦੇ। अगर रास गोई तो बरमन रवास, ਅਗਰ ਤੂੰ ਮੈਨੂੰ ਕੁਝ ਦੱਸੇਂਗੀ ਤੇ ਤੇਰੇ ਮਨ ਦੀ ਗੱਲ ਮੈਨੂੰ ਪਤਾ ਲੱਗੇਗੀ। के दीगर बगोयम मरा रास्त गो। ਉਹਨੇ ਆਖਿਆ ਕਿ ਦੂਸਰੇ ਨੂੰ ਜਦੋਂ ਆਪਾਂ ਆਪਣੇ ਅੰਦਰ ਦੀ ਗੱਲ ਦੱਸਦੇ ਹਾਂ के अजखून जिगरे मरा तो बिशो। ਉਹਦੇ ਨਾਲ ਜਿਹੜਾ ਜਿਗਰ ਦੇ ਉੱਪਰ ਕਹਿੰਦੇ ਖੂਨ ਦਾ ਧੱਬਾ ਹੁੰਦਾ ਹੈ ਨਾ, ਦਿਲ ਦਾ ਲਹੂ ਹੁੰਦਾ, ਉਹ ਧੋਤਾ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਜਦੋਂ ਅੰਦਰ ਦੀ ਗੱਲ ਦੂਜੇ ਨੂੰ ਦੱਸ ਦਈਏ ਤੇ ਦਿਲ ਦਾ ਫਿਕਰ ਜਿਹੜਾ, ਦਿਲ ਦਾ ਦੁੱਖ ਜਿਹੜਾ ਉਹ ਮਿਟ ਜਾਂਦਾ ਹੈ। सुखन दुर्दगी करद यारा खता। ਕਹਿੰਦੇ ਹਨ ਕਿ ਆਪਣੇ ਮਿੱਤਰ ਤੋਂ ਗੱਲ ਦਾ ਚੋਰੀ ਕਰਨਾ, ਵੀ ਆਪਣੇ ਮਿੱਤਰ ਨੂੰ, ਦੋਸਤ ਨੂੰ, ਭਰਾ ਨੂੰ ਆਪਣੇ ਅੰਦਰ ਦੀ ਗੱਲ ਨਾ ਦੱਸਣਾ, ਇਹ ਵੱਡੀ ਚੋਰੀ ਹੈ। ਵੀ ਜੇ ਤੁਸੀਂ ਕਿਸੇ ਨੂੰ ਆਪਣੇ ਅੰਦਰ ਦੀ ਗੱਲ ਨਹੀਂ ਦੱਸਦੇ ਤੇ ਭਾਵ ਤੁਸੀਂ ਚੋਰੀ ਕਰ ਰਹੇ ਹੋ। अमीरान दुर्दी वजीरा खता। ਉੱਥੇ ਫਿਰ ਉਦਾਹਰਣ ਦਿੱਤੀ ਗਈ ਕਿ ਜਿਹੜਾ ਅਮੀਰਾਨ ਕਹਿੰਦੇ ਰਾਜੇ ਨੂੰ, ਅਗਰ ਰਾਜਾ ਆਪਣੇ ਵਜ਼ੀਰ ਤੋਂ ਕੋਈ ਗੱਲ ਲੁਕਾਉਂਦਾ ਹੈ ਤੇ ਉਹ ਬਹੁਤ ਵੱਡੀ ਗਲਤੀ ਕਰਦਾ ਹੈ, ਕਿਉਂਕਿ ਰਾਜਾ ਉਦੋਂ ਖਤਾ ਖਾ ਸਕਦਾ ਹੈ ਜੇ ਉਹ ਵਜ਼ੀਰ ਨਾਲ ਸਲਾਹ ਨਹੀਂ ਕਰਦਾ। ਇਸ ਵਾਸਤੇ ਰਾਜੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਜ਼ੀਰਾਂ ਦੇ ਨਾਲ ਗੱਲ ਕਰੇ। सुखन गुप्तनो रास्त गुश्तन खुश अस्त। ਉਹਦੇ ਵਿੱਚ ਕਹਿੰਦੇ ਪਹਿਲੀ ਗੱਲ ਕਿ ਜਦੋਂ ਬੋਲਣਾ ਹੈ ਇੱਕ ਚੰਗਾ ਬੋਲਣਾ ਹੈ। ਫਿਰ ਦੂਸਰਾ ਕਹਿੰਦੇ ਜਦੋਂ ਵੀ ਬੋਲਣਾ ਹੈ ਜ਼ਬਾਨ ਦੇ ਨਾਲ ਖੁਸ਼ ਹੋ ਕੇ ਬੋਲਣਾ ਹੈ। के हक गुफ्तनो हम चो साफी दिल अस्त। ਫਿਰ ਤੀਸਰੀ ਗੱਲ ਕਿ ਹੱਕ ਗੁਫਤਨੋ, ਫਿਰ ਜਦੋਂ ਬੋਲਣਾ ਹੈ ਸੱਚ ਹੀ ਬੋਲਣਾ ਹੈ। ਇੱਕ ਸੱਚ ਬੋਲੋ, ਹਾਂ ਜਿਹੜੀ ਗੱਲ ਹੋਈ ਹੈ ਉਹ ਕਰੋ। ਇਹ ਨਹੀਂ ਵੀ ਆਪਣੇ ਕੋਲੋਂ ਮਨ ਘਾੜਤ ਗੱਲਾਂ ਬਣਾ ਕੇ, ਜਿਵੇਂ ਰਾਈ ਦਾ ਪਹਾੜ ਲੋਕ ਬਣਾ ਦਿੰਦੇ, ਕੁਝ ਦਾ ਕੁਝ ਬਣਾ ਕੇ ਦੂਜੇ ਦੀ ਨਿੰਦਿਆ ਕਰਨ ਵਾਸਤੇ, ਦੂਜੇ ਨੂੰ ਮਾੜਾ ਦਿਖਾਉਣ ਵਾਸਤੇ, ਦੂਜੇ ਦਾ ਦਿਲ ਢਾਉਣ ਵਾਸਤੇ ਜਦੋਂ ਕੋਈ ਗੱਲ ਕਰਦਾ, ਉਹ ਵੀ ਬਹੁਤ ਵੱਡਾ ਪਾਪ ਹੈ। ਇਸ ਵਾਸਤੇ ਸੱਚ ਬੋਲੋ। ਔਰ ਇੱਕ ਬਚਨ ਸੀ ਪੰਡਤ ਹਰਦਿਆਲ ਜੀ ਦਾ, ਮੈਂ ਸਵੇਰੇ ਬਚਨ ਪੜਿਆ। ਉਹ ਕਹਿੰਦੇ ਨੇ ਜ਼ਬਾਨ ਚੋਂ ਬਚਨ ਉਹ ਬੋਲੋ ਜਿਹੜਾ ਪਿਆਰਾ ਹੋਵੇ, ਜਿਹੜਾ ਦੂਜੇ ਦੇ ਹਿਰਦੇ ਨੂੰ ਚੰਗਾ ਲੱਗੇ, ਉਹ ਬਚਨ ਬੋਲੋ, ਨਾਲੇ ਸੱਚ ਬੋਲੋ। ਅਗਰ ਝੂਠ ਕਹਿੰਦੇ ਪਿਆਰਾ ਵੀ ਹੈ, ਉਹ ਕਦੇ ਨਾ ਬੋਲੋ। ਝੂਠ ਕਦੇ ਵੀ ਨਾ ਬੋਲੋ, ਭਾਵੇਂ ਬੋਲਣ ਵਿੱਚ ਤੁਹਾਨੂੰ ਲੱਗਦਾ ਵੀ ਮੈਂ ਦੂਜੇ ਨੂੰ ਆਖਾਂਗਾ ਤੇ ਦੂਜਾ ਮੇਰੀ ਗੱਲ ਤੋਂ ਪ੍ਰਸੰਨ ਹੋ ਜਾਏਗਾ, ਉਹ ਕਦੇ ਨਾ ਬੋਲੋ। ਪਰ ਸੱਚ ਵੀ ਬੋਲੋ, ਪਰ ਬੋਲੋ ਵਧੀਆ, ਪਿਆਰਾ ਬੋਲੋ, ਤਾਂ ਕਿ ਦੂਜੇ ਦੇ ਮਨ ਨੂੰ ਪ੍ਰਸੰਨਤਾ ਪ੍ਰਾਪਤ ਹੋਵੇ। ਇਸ ਵਾਸਤੇ ਸਾਧ ਸੰਗਤ ਜੀ ਸੁਖਨ ਗੁਫਤਨੋ ਰਾਸਤ ਗੁਫਤਨ ਖੁਸ਼ ਅਸਤ ਕੇ ਹੱਕ ਗੁਫਤਨੋ ਹਮ ਚੂ ਸਾਫੀ ਦਿਲ ਅਸਤ। ਕਹਿੰਦੇ ਸੱਚੇ ਦਿਲ ਦੀ ਨਿਸ਼ਾਨੀ ਹੈ ਜਦੋਂ ਅਸੀਂ ਆਪਣੀ ਜ਼ਬਾਨ ਦੇ ਨਾਲ ਸੱਚ ਬੋਲਦੇ ਹਾਂ। ਇਹਦਾ ਭਾਵ ਤੁਹਾਡਾ ਦਿਲ ਸਾਫ਼ ਹੈ, ਤੁਸੀਂ ਚੰਗਾ ਬੋਲ ਰਹੇ ਹੋ, ਤੁਸੀਂ ਸੱਚ ਬੋਲ ਰਹੇ ਹੋ ਤੇ ਤੁਸੀਂ ਦੂਜੇ ਦੇ ਪ੍ਰਤੀ ਈਰਖਾ ਦੀ ਭਾਵਨਾ ਦੇ ਨਾਲ ਨਹੀਂ ਬੋਲ ਰਹੇ। ਇਹ ਤੁਹਾਡੇ ਸਾਫ਼ ਦਿਲ ਦੀ ਨਿਸ਼ਾਨੀ ਹੈ। बसे बार गुफ्तस जवाबो नदा। ਸਾਹਿਬ ਕਹਿੰਦੇ ਉਸ ਮੁਲਾਣੇ ਦੀ ਲੜਕੀ ਨੇ ਬੜਾ ਸਮਝਾਇਆ, ਬਹੁਤ ਕੁਝ ਆਖਿਆ, ਚੰਗੀਆਂ ਗੱਲਾਂ ਵੀ ਕਹੀਆਂ, ਜਵਾਬੋ ਨਾ ਦਾਦ, ਪਰ ਉਸ ਲੜਕੀ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। जवाबे जुबां सुखन शीरी गुशा। ਉਸਨੇ ਜਵਾਬ ਲੈਣ ਵਾਸਤੇ ਆਪਣੀ ਰਸਨਾ ਦੇ ਨਾਲ ਸ਼ੀਰੀ ਮਿੱਠੇ ਮਿੱਠੇ ਸ਼ਹਿਦ ਵਰਗੇ ਬਚਨ ਕੀਤੇ ਹਨ। के मजलस आरास्त बारोद जान। ਫਿਰ ਉਸਨੇ ਹਿਸਾਬ ਲਾ ਲਿਆ ਵੀ ਇਹਨੇ ਇਦਾਂ ਤਾਂ ਜਵਾਬ ਨਹੀਂ ਦੇਣਾ। ਉਸ ਮੁਲਾਣੇ ਦੀ ਲੜਕੀ ਨੇ ਕੀਤਾ ਵੀ ਇੱਕ ਮਜਲਿਸ ਜਿਹੜੀ ਸੀ ਉਹ ਬੁਲਾ ਲਈ, ਇੱਕ ਸਭਾ ਬੁਲਾ ਲਈ। ਉਸ ਸਭਾ ਦੇ ਵਿੱਚ ਰੋਦ ਜਾਮ, ਰਾਗ ਗਾਉਣ ਵਾਲੇ ਸੱਦ ਲਏ ਤੇ ਜਾਮ ਜਿਹੜਾ ਸ਼ਰਾਬ ਦਾ ਪਿਆਲਾ ਜਿਹੜਾ ਉਹ ਰੱਖ ਲਿਆ ਹੈ। के हम मस्त शुद्ध मजलमे ओतमाम। ਤੇ ਜਿਤਨੇ ਵੀ ਸਨ ਨੌਜਵਾਨ ਉਹਨਾਂ ਸਾਰਿਆਂ ਨੂੰ ਉਸ ਮਜਲਿਸ ਵਿੱਚ ਬੁਲਾ ਲਿਆ ਹੈ। वकैफश हमें हम चुना आवे खतन। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਉਸ ਮਜਲਿਸ ਵਿੱਚ ਉਹ ਸਾਰੇ ਜਾਣੇ ਆਏ, ਉਹਨਾਂ ਨੇ ਆ ਕੇ ਰਾਗ ਸੁਣਿਆ ਤੇ ਜਾਮ ਪੀਤਾ ਹੈ ਤੇ ਜਾਮ ਪੀਣ ਦੇ ਨਾਲ ਸਾਰੇ ਕਹਿੰਦੇ ਮਦਹੋਸ਼ ਹੋ ਗਏ ਹਨ। के जख्मे जिगर बाजू बारे खतन। ਜਦੋਂ ਉਹਨਾਂ ਨੂੰ ਆਪਣੀ ਹੋਸ਼ ਭੁੱਲ ਗਈ ਤੇ ਜਿਹੜਾ ਜਿਗਰ ਦਾ ਹਿਰਦੇ ਦਾ ਜ਼ਖਮ ਸੀ ਉਹਨਾਂ ਦੀ ਜ਼ਬਾਨ ਤੇ ਆਉਣਾ ਸ਼ੁਰੂ ਹੋ ਗਿਆ ਹੈ।
ਸੁਖਨ ਬਾਜੁਬਾ ਹਮ ਚੋ ਗੋਇਤ ਮੁਦਾਨ। ਸਤਿਗੁਰੂ ਕਹਿੰਦੇ ਆਪਣੀ ਜ਼ੁਬਾਨ ਦੇ ਨਾਲ ਉਹ ਗੱਲਾਂ ਕਰਨ ਲੱਗੇ ਹਨ, ਨਾ ਗੋਇਤ ਬਜ਼ੂਤ ਸੁਖ ਨ ਮਹਿਬੂਬ ਨਾ। ਹੋਰ ਕੋਈ ਗੱਲ ਨਹੀਂ ਕਰਦੇ, ਬਲਕਿ ਉਹ ਇੱਕ ਦੂਜੇ ਦਾ ਨਾਮ ਹੀ ਲਈ ਜਾ ਰਹੇ ਹਨ। ਦਿਗਰ ਮਜਲਸ ਆਰਾਸਤ ਪਰੋਦ ਜੰਗ। ਉਸ ਲੜਕੀ ਨੇ ਕੀ ਕੀਤਾ, ਇੱਕ ਹੋਰ ਸਭਾ ਸੱਦੀ ਹੈ। ਉਸ ਸਭਾ ਦੇ ਵਿੱਚ ਰੋਦ ਚੰਗ ਰਾਗ ਗਾਇਨ ਕਰਨ ਵਾਲੇ ਗਵਈਏ ਸੱਦ ਲਏ, ਵਾਜੇ ਤੇ ਸਰੰਗੀਆਂ ਦੀ ਜਿਹੜੀ ਸਭਾ ਹੈ ਉਹ ਬੁਲਾਈ ਹੈ। ਜਵਾਨਾਨ ਸ਼ਾਇਸਤੇ ਖੂਬ ਰੰਗ। ਜਿੰਨੇ ਵੀ ਉਹ ਨੌਜਵਾਨ ਸਨ ਸੁੰਦਰ ਰੂਪ ਵਾਲੇ, ਉਹਨਾਂ ਵਾਸਤੇ ਕਹਿੰਦੇ ਇਹ ਸਭਾ ਸਜਾਈ ਗਈ ਹੈ। ਹਮੇ ਮਸਤ ਖੁਸ਼ੁਦ ਹਮੇ ਖੂਬ ਮਸਤ। ਸਾਹਿਬ ਕਹਿੰਦੇ ਜਦੋਂ ਰਾਗ ਸੁਣਿਆ ਤੇ ਰਾਗ ਸੁਣਨ ਦੇ ਨਾਲ ਉਹਦੇ ਵਿੱਚ ਖੂਬ ਮਸਤ ਹੋ ਗਏ ਹਨ। ਇਹ ਨਾਨੇ ਫਜ਼ੀਲਤ ਬਰੂ ਸ਼ੁੱਧ ਜੇ ਦਸਤ। ਇਸ ਪ੍ਰਕਾਰ ਹਜ਼ੂਰ ਜੀ ਕਹਿੰਦੇ ਹਨ ਕਿ ਜਿਹੜੀ ਉਹਨਾਂ ਦੀ ਸਿਆਣਪ ਹੈ ਨਾ, ਉਹਨਾਂ ਦੇ ਹੱਥ ਦੇ ਵਿੱਚੋਂ ਨਿਕਲ ਗਈ। ਹੁਣ ਦੂਜਾ ਭਾਵ ਹੈ ਕਿ ਜਿਹੜਾ ਸ਼ਰਾਬ ਦਾ ਪਿਆਲਾ ਹੈ ਉਹ ਮਨੁੱਖ ਦੀ ਬੁੱਧੀ ਮਨੁੱਖ ਦੇ ਹੱਥ ਵਿੱਚੋਂ ਬਾਹਰ ਕੱਢ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਫਰਮਾਨ ਕਰਦੇ ਨਾ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੈ, ਖਸਮੋਂ ਧੱਕੇ ਖਾਏ। ਵੀ ਉਹ ਸ਼ਰਾਬ ਜਿਹੜੀ ਕਦੇ ਨਹੀਂ ਪੀਣੀ ਚਾਹੀਦੀ, ਜਿਹਨੂੰ ਪੀਣ ਨਾਲ ਬੰਦੇ ਦੀ ਬੁੱਧੀ ਮਾਰੀ ਜਾਂਦੀ ਹੈ, ਮਤ ਮਾਰੀ ਜਾਂਦੀ ਹੈ, ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਤੇ ਫਿਰ ਧੱਕੇ ਖਾਂਦਾ ਥਾਂ ਥਾਂ ਦੇ ਉੱਪਰ। ਵੇਖਿਆ ਜੇ ਨਾ ਸ਼ਰਾਬੀਆਂ ਦਾ ਹਾਲ ਕੀ ਹੁੰਦਾ ਹੈ। ਇਹੋ ਜਿਹੇ ਵੀ ਜਿਨ੍ਹਾਂ ਨੇ ਜ਼ਮੀਨਾਂ ਵੇਚ ਕੇ, ਘਰ-ਬਾਰ ਵੇਚ ਕੇ ਪਰਿਵਾਰਾਂ ਦੇ ਪਰਿਵਾਰ ਉਜਾੜ ਲਏ ਆਪਣੇ ਸ਼ਰਾਬ ਦੇ ਪਿੱਛੇ। ਔਰ ਗੁਰੂ ਸਾਹਿਬ ਨੇ ਉਹਨਾਂ ਦੀ ਬਾਬਤ ਵੀ ਆਖਿਆ ਕਿ ਨਹੀਂ ਭਾਈ, ਇਦਾਂ ਦੀ ਸ਼ਰਾਬ, ਇਦਾਂ ਦਾ ਨਸ਼ਾ ਜਿਹੜਾ ਮੇਰੇ ਸਿੱਖ ਨੇ ਕਦਾਚਿਤ ਨਹੀਂ ਕਰਨਾ। ਜਿਹੜੀ ਚੀਜ਼ ਤੁਹਾਡੇ ਸਰੀਰ ਲਈ, ਤੁਹਾਡੇ ਪਰਿਵਾਰ ਦੇ ਲਈ ਹਾਨੀਕਾਰਕ ਹੈ। ਔਰ ਨਸ਼ਾ ਤਾਂ ਇੱਕ ਇਦਾਂ ਦੀ ਚੀਜ਼ ਹੈ ਜਿਹੜੀ ਚੀਜ਼ ਸਾਡੀ ਬੁੱਧੀ ਨੂੰ ਵੀ ਭ੍ਰਸ਼ਟ ਕਰ ਦਿੰਦਾ ਹੈ। ਗੁਰੂ ਸਾਹਿਬ ਨੇ ਇੱਥੇ ਬਚਨ ਲਿਖਿਆ ਕਿ ਇਨਾਨੇ, ਜਦੋਂ ਉਹਨਾਂ ਨੇ ਰਾਗ ਸੁਣਿਆ ਤੇ ਜਾਮ ਪੀਤਾ ਹੈ, ਤੇ ਜਾਮ ਪੀਣ ਦੇ ਨਾਲ ਇਹਨਾਂ ਨੇ ਫਜ਼ੀਲਤ ਬਰੂ ਸ਼ੁੱਧ ਜੇ ਦਸਤ, ਜਿਹੜੀ ਉਹਨਾਂ ਦੇ ਅੰਦਰ ਦੀ ਸਿਆਣਪ ਬੁੱਧੀ ਅਕਲ ਸੀਗੀ ਉਹ ਹੱਥੋਂ ਬਾਹਰ ਨਿਕਲ ਗਈ ਹੈ। ਹਰਾਂ ਕਸ ਕੇ ਅਜ਼ ਇਲਮ ਸ਼ੁਕ ਨਸ਼ ਬੇਰਾ। ਸਤਿਗੁਰੂ ਕਹਿੰਦੇ ਫਿਰ ਜਿੰਨਾ ਵੀ ਇਲਮ ਸਿੱਖਿਆ ਸੀ ਨਾ ਉਹ ਵੀ ਅੰਦਰੋਂ ਬਾਹਰ ਨਿਕਲ ਗਿਆ। ਵਿਦਿਆ ਦੀ ਹੋਸ਼ ਨਹੀਂ ਰਹੀ, ਸਾਰੀ ਵਿਦਿਆ ਨਸ਼ਟ ਹੋ ਗਈ ਹੈ। ਕਿ ਅਜ਼ ਬੇਖੁਦੀ ਨਾਮ ਹਰ ਦੋ ਬੁਖਾਂ। ਬਸ ਕੇਵਲ ਬੇਖੁਦੀ ਦੇ ਵਿੱਚ ਆ ਕਰਕੇ ਇੱਕ ਦੂਜੇ ਦਾ ਨਾਮ ਹੀ ਲਈ ਜਾਂਦੇ ਹਨ। ਜੋ ਇਲਮੋ ਫਜ਼ੀਲਤ ਫਰਾਮੋਸ਼ ਗਸ਼ਤ। ਜਿੰਨਾ ਵੀ ਇਲਮ ਪੜਿਆ ਸੀ ਨਾ ਉਹ ਵੀ ਬੁੱਧੀ ਦੇ ਵਿੱਚੋਂ ਸਾਰਾ ਕੁਝ ਹੀ ਭੁੱਲ ਗਿਆ ਹੈ। ਮੁਖਾ ਦੰਦ ਬਾਇਕ ਦਿਗਰ ਨਾਮ ਮਸਤ। ਕੇਵਲ ਤਾਂ ਕੇਵਲ ਜ਼ਬਾਨ ਦੇ ਨਾਲ ਇੱਕ ਦੂਜੇ ਦਾ ਨਾਮ ਹੀ ਲਈ ਜਾਂਦੇ ਹਨ। ਹਰਾ ਕਸ ਕੇ ਦੇਰੀ ਨਹਿਰਾ ਹਸਤ ਦੋਸਤ। ਮਹਾਰਾਜ ਕਹਿੰਦੇ ਉੱਥੇ ਜਿੰਨੇ ਵੀ ਨੌਜਵਾਨ ਸਨ ਇੱਕ ਦੂਜੇ ਦੇ ਜਿਹੜੇ ਕਹਿੰਦੇ ਉਹਨਾਂ ਦੇ ਪੁਰਾਣੇ ਦੋਸਤ ਸਨ। ਜ਼ੁਬਾਨ ਖੁਦਕੁਸ਼ਾਇੰਦ ਹੈ ਅਜ਼ ਨਾਮ ਓ। ਬਸ ਆਪਣੀ ਜ਼ੁਬਾਨ ਦੇ ਨਾਲ ਉਹਨਾਂ ਦਾ ਹੀ ਕਹਿੰਦੇ ਨਾਮ ਉਚਾਰੀ ਜਾ ਰਹੇ ਹਨ। ਸ਼ਨਾਸ਼ਿੰਦ ਕੇ ਈ ਗੁਲ ਸੁਖਨ ਆਸ਼ਕ ਅਸਤ। ਉੱਥੇ ਫਿਰ ਉਹਨਾਂ ਦੀ ਪਹਿਚਾਣ ਹੋ ਗਈ ਇਸ ਗੱਲ ਤੋਂ। ਉਹ ਬੁਲਾਣੇ ਦੀ ਲੜਕੀ ਨੇ ਪਹਿਚਾਣ ਕਰ ਲਈ ਕਿ ਇਹਨਾਂ ਦੀ ਜਿਹੜੀ ਬੁੱਧੀ ਹੈ ਨਾ ਉਹ ਮੋਹ ਦੇ ਵਿੱਚ ਫਸ ਚੁੱਕੀ ਹੈ। ਗੁਫਤਨ ਹੁਮਾਯੂ ਸੋ ਬਖਤਨ ਖੁਸ਼ਸਤ। ਇਸ ਪ੍ਰਕਾਰ ਕਹਿੰਦੇ ਇਹ ਜਿਤਨੇ ਵੀ ਹਨ ਬੋਲ ਰਹੇ ਨੇ ਨਾ ਸਭ ਪ੍ਰੇਮ ਦੇ ਵਿੱਚ ਹੀ ਬੋਲ ਰਹੇ ਨੇ ਆ ਕਰਕੇ। ਮੋਹ ਦੇ ਮਾਰੇ ਹੋਏ ਇੱਕ ਦੂਜੇ ਦਾ ਨਾਮ ਲਈ ਜਾ ਰਹੇ ਹਨ ਕਿ ਅਜ਼ ਇਸ਼ਕ ਵਾ ਅਜ਼ ਮੁਸ਼ਕ ਅਜ਼ ਖਮਰ ਖੂ। ਮਹਾਰਾਜ ਕਲਗੀਧਰ ਜੀ ਕਹਿੰਦੇ ਇੱਕ ਗੱਲ ਯਾਦ ਰੱਖਿਓ ਕਿ ਅਜ਼ ਇਸ਼ਕ, ਇੱਕ ਤਾਂ ਜਿਹੜਾ ਪ੍ਰੇਮ ਹੈ, ਫਿਰ ਦੂਜੇ ਪਾਸੇ ਕਹਿੰਦੇ ਵਾ ਅਜ਼ ਮੁਸ਼ਕ, ਦੂਜੀ ਮੁਸ਼ਕ ਹੁੰਦੀ ਜਿਹੜੀ। ਫਿਰ ਇਸੇ ਪ੍ਰਕਾਰ ਅਜ਼ ਖਮਰ ਖੂੰ, ਖਮਰ ਨਾਮ ਜੇ ਸ਼ਰਾਬ ਦਾ ਜਿਹੜੀ ਸ਼ਰਾਬ ਆਦਿਕ ਹੈ, ਮਹਾਰਾਜ ਜੀ ਕਹਿੰਦੇ ਇਹ ਕਦੇ ਵੀ ਛੁਪਦੀ ਨਹੀਂ ਹੁੰਦੀ। ਖੂਨ ਨਾਮ ਹੈ ਖੂਨ ਦਾ, ਕੀਤਾ ਹੋਇਆ ਖੂਨ ਵੀ ਕਦੇ ਛੁਪਦਾ ਨਹੀਂ ਹੁੰਦਾ। ਵੀ ਚਾਰ ਚੀਜ਼ਾਂ ਨੇ, ਅਜ਼ ਇਸ਼ਕ ਵਾ ਅਜ਼ ਮੁਸ਼ਕ ਅਜ਼ ਖਮਰ ਖੂੰ। ਸ਼ਰਾਬ, ਖੂਨ
ਇਸ਼ਕ ਤੇ ਮੁਸ਼ਕ, ਇਹ ਚਾਰ ਚੀਜ਼ਾਂ ਕਦੇ ਵੀ ਲੁਕਿਆ ਨਹੀਂ ਕਰਦੀਆਂ। ਕੇ ਪਿਨਹਾਨਾ ਮਾਂਦਸਤ ਆਮਦ ਬਰੂ। ਭਾਵੇਂ ਮਨੁੱਖ ਲੱਖ ਯਤਨ ਕਰ ਲਏ ਇਹਨਾਂ ਨੂੰ ਲੁਕਾਉਣ ਦਾ, ਇੱਕ ਨਾ ਇੱਕ ਦਿਨ ਇਹ ਚਾਰੇ ਪ੍ਰਗਟ ਹੋ ਜਾਂਦੀਆਂ ਹਨ। ਸ਼ਹਿਰ ਅੰਦਰੋਂ ਗਸ਼ਤ ਸ਼ੋਹਰਤ ਪਜ਼ੀਰ। ਇਸ ਤੋਂ ਬਾਅਦ ਸਾਰੇ ਸ਼ਹਿਰ ਦੇ ਵਿੱਚ ਰੋਲਾ ਪੈ ਗਿਆ ਹੈ ਕਿ ਆਜ਼ਾਦ ਸ਼ਾਹੋ ਵਾ ਦੁਖਤਰ ਵਜ਼ੀਰ। ਕਹਿੰਦੇ ਹਨ ਕਿ ਰੌਲਾ ਪੈ ਗਿਆ ਕਿ ਜਿਹੜਾ ਇਸ ਰਾਜੇ ਦਾ, ਜਿਹੜਾ ਇਸ ਵਜ਼ੀਰ ਦਾ ਪੁੱਤਰ ਹੈ ਤੇ ਦੂਸਰੇ ਵਜ਼ੀਰ ਦੀ ਜਿਹੜੀ ਬੇਟੀ ਹੈ, ਇਸ ਤਰ੍ਹਾਂ ਇੱਕ ਦੂਜੇ ਦੇ ਮੋਹ ਦੇ ਵਿੱਚ ਉਹ ਗ੍ਰਸਤ ਹਨ। ਸ਼ੁਨੀ ਦੀ ਸੁਖਨ ਸ਼ਹਿਦੋ ਕਿਸ਼ਤੀ ਬੁਖਾਨ। ਜਦੋਂ ਉੱਥੋਂ ਦੇ ਬਾਦਸ਼ਾਹ ਨੇ ਖਬਰ ਸੁਣੀ ਤੇ ਬੜੇ ਕ੍ਰੋਧ ਨਾਲ ਭਰ ਗਿਆ। ਇੱਥੋਂ ਹੁਣ ਪ੍ਰਸੰਗ ਨੇ ਇੱਕ ਵੱਖਰਾ ਮੋੜ ਲਿਆ। ਪਹਿਲਾਂ ਤਾਂ ਮਹਾਰਾਜ ਨੇ ਇੱਕ ਮੁੱਢ ਲਿਖਿਆ ਹੈ, ਦੂਜੇ ਪਾਸੇ ਮਹਾਰਾਜ ਹੁਣ ਇਹ ਗੱਲ ਸਮਝਾਉਂਦੇ ਕਿ ਜਿਹਨੂੰ ਰੱਬ ਰੱਖੇ ਉਹਨੂੰ ਕੋਈ ਮਾਰ ਨਹੀਂ ਸਕਦਾ। ਜਿੱਥੋਂ ਔਰੰਗਜ਼ੇਬ ਨੂੰ ਮਹਾਰਾਜ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਤੇਰੇ ਵਰਗੇ ਬਾਦਸ਼ਾਹ ਨੇ ਲੱਖ ਯਤਨ ਕੀਤੇ ਸਾਨੂੰ ਮਿਟਾਉਣ ਦੇ, ਪਰ ਜਿਹਨੂੰ ਰੱਬ ਰੱਖੇ ਉਹਨੂੰ ਕੋਈ ਮਾਰ ਨਹੀਂ ਸਕਦਾ। ਇੱਥੋਂ ਫਿਰ ਇਹ ਕਹਾਣੀ ਜਿਹੜੀ ਇੱਕ ਵੱਖਰਾ ਮੋੜ ਲੈਂਦੀ ਹੈ। ਸਤਿਗੁਰੂ ਕਹਿੰਦੇ ਜਦੋਂ ਬਾਦਸ਼ਾਹ ਨੂੰ ਪਤਾ ਲੱਗਿਆ, ਗੁੱਸੇ ਨਾਲ ਭਰ ਗਿਆ। ਉਸੇ ਵਕਤ ਹੀ ਉਹਨੇ ਕਹਿੰਦੇ 2 ਕਿਸ਼ਤੀਆਂ ਮੰਗਵਾਈਆਂ ਹਨ। ਜੁਦਾ ਬਰ ਜੁਦਾ ਹਰਦ ਕਿਸ਼ਤੀ ਨਿਸ਼ਾਨ। ਉਹਨੇ ਕੀ ਕੀਤਾ ਵੀ ਇੱਕ ਕਿਸ਼ਤੀ ਦੇ ਵਿੱਚ ਲੜਕੇ ਨੂੰ ਬਿਠਾ ਦਿੱਤਾ ਤੇ ਦੂਜੀ ਕਿਸ਼ਤੀ ਵਿੱਚ ਵੱਖਰਾ ਕਰਕੇ ਲੜਕੀ ਨੂੰ ਬਿਠਾ ਦਿੱਤਾ ਹੈ। ਰਵਾ ਕਰਦ ਔਰਾ ਬਦਰਿਆ ਅਜ਼ੀਮ। ਇੱਕ ਵੱਡੇ ਦਰਿਆ ਦੇ ਵਿੱਚ ਜਾ ਕੇ ਉਹਨਾਂ ਦੀਆਂ ਕਿਸ਼ਤੀਆਂ ਜਿਹੜੀਆਂ ਰੋੜ ਦਿੱਤੀਆਂ ਹਨ। ਤੋ ਕਿਸ਼ਤੀ ਯਕੇ ਸ਼ੁਧ ਹਮੇ ਮੌਜਬੀ। ਸਾਧ ਸੰਗਤ ਜੀ 2 ਕਿਸ਼ਤੀਆਂ ਨੇ ਤੇ ਦੋਨੇ ਜਾਣੇ ਵੱਖਰੀਆਂ ਵੱਖਰੀਆਂ ਕਿਸ਼ਤੀਆਂ ਦੇ ਵਿੱਚ ਬੈਠੇ ਹੋਏ ਹਨ। ਤੋ ਕਿਸ਼ਤੀ ਯਕੇ ਗਸ਼ਤ ਬਾ ਹੁਕਮੇ ਲਾਹ। ਬਾਦਸ਼ਾਹ ਨੇ ਇਹ ਸੋਚਿਆ ਵੀ ਇਹ ਕਿਸ਼ਤੀਆਂ ਡੂੰਘੇ ਪਾਣੀ ਦੇ ਵਿੱਚ ਜਾਣਗੀਆਂ, ਦੋਨੇ ਡੁੱਬ ਕੇ ਮਰ ਜਾਣਗੇ ਤੇ ਸਾਡੇ ਸਿਰ ਤੋਂ ਇਹ ਉਤਰਨਗੇ। ਪਰ ਸਤਿਗੁਰੂ ਕਹਿੰਦੇ ਨੇ ਬਾ ਹੁਕਮੇ ਅਲਾਹ, ਪਰ ਉਸ ਅੱਲਾ ਦਾ ਹੁਕਮ ਕੁਝ ਹੋਰ ਹੀ ਸੀਗਾ। ਉਥੇ ਅਕਾਲ ਪੁਰਖ ਦੀ ਖੇਡ ਵਰਤੀ 2 ਕਿਸ਼ਤੀ ਯਕੇ ਗਸ਼ਤ। ਉਹ ਕਿਸ਼ਤੀਆਂ ਪਾਣੀ ਵਿੱਚ ਰੁੜਦੀਆਂ ਨਾ ਦੋਨੇ ਇਕੱਠੀਆਂ ਹੋ ਗਈਆਂ ਹਨ। ਯਕਜਾ ਦਰਿਆਮਤ ਹੁਮਾ ਸ਼ਮਸ਼ਮਾ। ਸਤਿਗੁਰੂ ਕਹਿੰਦੇ ਜਦੋਂ ਕਿਸ਼ਤੀਆਂ ਦੋਨੇ ਇਕੱਠੀਆਂ ਹੋ ਗਈਆਂ ਤੇ ਉਹ ਦੋਨੇ ਜਾਣੇ ਇੱਕ ਕਿਸ਼ਤੀ ਦੇ ਵਿੱਚ ਜਾ ਕੇ ਬਹਿ ਗਏ ਹਨ। ਉਹ ਵੀ ਕੁਦਰਤੇ ਕਿਰਦਗਾਰੇ ਅਲਾਹ। ਸਤਿਗੁਰੂ ਕਹਿੰਦੇ ਔਰੰਗਜ਼ੇਬ ਵੇਖ ਉਸ ਪਰਵਤਗਾਰ ਦੀ, ਉਸ ਕਰਤੇ ਦੀ, ਅੱਲਾ ਦੀ ਕੁਦਰਤ ਵੇਖ, ਉਹਦੀ ਤਾਕਤ ਵੇਖ, ਉਹ ਕਿਹਦਾ ਕੀ ਕਰ ਦਿੰਦਾ ਹੈ। ਤੋ ਤਨ ਰਾਜ ਕੇ ਕਰਦ ਅਜ਼ਹਮ ਹੈ ਸ਼ਾਹੇ। ਸਤਿਗੁਰੂ ਕਹਿੰਦੇ ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਉਹ ਭਾਵੇਂ ਸਰੀਰ ਕਰਕੇ 2 ਸਨ, ਪਰ ਅੰਦਰੋਂ ਉਹਨਾਂ ਦਾ ਮਨ, ਉਹਨਾਂ ਦਾ ਹਿਰਦਾ ਇੱਕ ਰੂਪ ਹੋ ਚੁੱਕਾ ਸੀਗਾ। ਪਰ ਉਸ ਖੁਦਾ ਨੇ, ਉਸ ਨਿਰੰਕਾਰ ਨੇ ਵੀ ਉਹਨਾਂ ਦੀ ਪੁਕਾਰ ਸੁਣ ਲਈ। ਜਿੱਥੇ ਉਹਨਾਂ ਨੂੰ ਡੋਬਣ ਵਾਸਤੇ 2 ਕਿਸ਼ਤੀਆਂ ਤੇ ਬਿਠਾਇਆ ਗਿਆ, ਉਹ ਕਿਸ਼ਤੀਆਂ ਆਪਸ ਵਿੱਚ ਜੁੜ ਗਈਆਂ ਤੇ 2 ਕਿਸ਼ਤੀਆਂ ਵਿੱਚੋਂ ਨਿਕਲ ਕੇ ਉਹ ਇੱਕ ਕਿਸ਼ਤੀ ਦੇ ਵਿੱਚ ਬਹਿ ਗਏ ਹਨ। 2 ਕਿਸ਼ਤੀ ਦਰਿਆਮਤ ਬਾ ਯਕਜਾ 2 ਤਨ। ਭਾਵੇਂ ਕਹਿੰਦੇ ਕਿਸ਼ਤੀਆਂ ਤਾਂ 2 ਹੀ ਰੁੜੀਆਂ ਸਨ, ਸਰੀਰ ਵੀ 2 ਸਨ, ਪਰ ਆਤਮਾ ਕਰਕੇ ਅੰਦਰੋਂ ਇੱਕ ਰੂਪ ਹੋ ਚੁੱਕੇ ਸਨ। ਚਰਾਗੇ ਜਹਾਂ ਆਫਤਾਬੇ ਯਮਨ। ਇਸ ਤਰ੍ਹਾਂ ਕਹਿੰਦੇ ਹਨ ਕਿ ਜਹਾਨ ਦਾ ਚਿਰਾਗ ਤੇ ਯਮਨ ਦਾ ਆਫਤਾਬ, ਇਹਦਾ ਭਾਵ ਵੀ ਉਹ ਤਸ਼ਬੀਹ ਦਿੱਤੀ ਗਈ ਵੀ ਜਿਹੜੀ ਉਹ ਲੜਕੀ ਸੀ ਉਹ ਜਹਾਨ ਦਾ ਚਿਰਾਗ ਚੰਦਰਮਾ ਤੇ ਉਹ ਲੜਕਾ ਜਿਹੜਾ ਸੀ ਉਹ ਯਮਨ ਜਹਾਨ ਦਾ ਸੂਰਜ ਸੀ। ਬੇਰਫਤੰਦ ਕਿਸ਼ਤੀ ਬਦਰਿਆਏਗਾ। ਇਸ ਪ੍ਰਕਾਰ ਕਹਿੰਦੇ ਬੜੀ ਤੇਜ਼ੀ ਨਾਲ ਚਲਦੀ ਹੋਈ ਕਿਸ਼ਤੀ ਦਰਿਆ ਦੇ ਵਿੱਚ ਜਾ ਪਹੁੰਚੀ ਹੈ। ਬਾ ਮੌਜ ਅੰਦਰ ਆਮਦ ਚੋ ਬਰਗੇ ਬਹਾਰ। ਇੱਕ ਪਾਸੇ ਕਿਸ਼ਤੀ ਦਰਿਆ ਦੇ ਵਿੱਚ ਪਹੁੰਚੀ ਹੈ, ਦੂਜੇ ਪਾਸੇ ਇੱਧਰ ਵੀ ਪਰਮੇਸ਼ਰ ਨੇ ਬਹਾਰ ਲਿਆਉਂਦੀ, ਜੋ ਅਲੱਗ ਸਨ ਉਹਨਾਂ ਨੂੰ ਫਿਰ ਇੱਕ ਕਰ ਦਿੱਤਾ ਹੈ। ਕਿ ਅਜ਼ਦਹਾ ਬੂਦ ਆਜਾ ਨਿਸ਼ਸਤ। ਸਤਿਗੁਰੂ ਕਹਿੰਦੇ ਪਰ ਉੱਥੇ ਇੱਕ ਹੋਰ ਖਤਰਾ ਆਣ ਪਹੁੰਚਿਆ। ਅਜੇ ਖਤਰਾ ਟਲਿਆ ਨਹੀਂ। ਜਦੋਂ ਉਹ ਕਿਸ਼ਤੀ ਜਾ ਰਹੀ ਸੀ, ਇੱਕ ਵੱਡੀ ਸਰਾੜ, ਜਿਹਨੂੰ ਆਪਾਂ ਅਜਗਰ ਸੱਪ ਕਹਿ ਦਿੰਦੇ ਆ, ਵੀ ਬੜਾ ਭਾਰੀ, ਬੜਾ ਵੱਡਾ ਇੱਕ ਸਰਪ ਸੀਗਾ, ਉਹ ਸਾਹਮਣੇ ਬੈਠਾ ਹੋਇਆ ਸੀ। ਬਖੁਰਦਨ ਦਰਿਆਮਤ ਵਜ਼ਾ ਕਰਦ ਜਸਤ। ਜਦੋਂ ਉਸ ਸੱਪ ਨੇ ਇਹਨਾਂ ਨੂੰ ਵੇਖਿਆ, ਉਹ ਬੜੀ ਤੇਜ਼ੀ ਨਾਲ ਇਹਨਾਂ ਨੂੰ ਖਾਣ ਵਾਸਤੇ ਦੌੜਿਆ ਹੈ। ਨਿਗਰ ਪੇਸ਼ ਤਰਬੂਦ ਕਹਿਰੇ ਬਲਾ। ਸਤਿਗੁਰੂ ਕਹਿੰਦੇ ਸੱਪ ਤਾਂ ਇੱਕ ਪਾਸੋਂ ਦੌੜਿਆ, ਦੂਜੇ ਪਾਸੋਂ ਇੱਕ ਹੋਰ ਬਲਾ ਆ ਗਈ ਵੀ ਜਾਣੋ ਇੱਕ ਡੈਣ ਉੱਥੇ ਆਣ ਪਹੁੰਚੀ ਹੈ। ਦਸਤ
ਸਸਤੂ ਕਰਦ ਬੇਸਰ ਨੂੰ ਮਾ। ਉਹਨੇ ਆਪਣੇ ਕੇਸ ਖਿਲਾਰੇ ਨੇ ਤੇ ਹੱਥ ਜਿਹੜੇ ਆਕਾਸ਼ ਵੱਲ ਚੁੱਕ ਕੇ ਨਾ ਜਾਣੋ ਜਿਵੇਂ ਬਿਨਾਂ ਸਿਰ ਤੋਂ ਦੌੜੀ ਆਵੇ। ਮਿਆ ਰਫਤ ਸ਼ੁੱਧ ਕਿਸ਼ਤੀਏ ਹਰ ਦੋ ਦਸਤ। ਇਹ ਜਿਹੜੀ ਕਿਸ਼ਤੀ ਜਿਹੜੀ ਸੀ ਉਹ ਚਲਦੀ ਚਲਦੀ ਨਾ ਉਸ ਬਲਾ ਦੇ ਹੱਥਾਂ ਦੇ ਵਿੱਚ ਚਲੀ ਗਈ ਹੈ। ਬਨੇ ਸ਼ੇਦ ਮਾਨਦ ਅਜ਼ੋ ਮਾਰ ਮਸਤ। ਸਾਹਿਬ ਕਹਿੰਦੇ ਵੀ ਉਹ ਜਿਹੜਾ ਸੱਪ ਇਹਨਾਂ ਨੂੰ ਡੰਗ ਮਾਰਨਾ ਚਾਹੁੰਦਾ ਸੀ, ਜਦੋਂ ਉਹ ਡੰਗ ਮਾਰਨ ਲੱਗਾ ਉਹ ਕਿਸ਼ਤੀ ਜਿਹੜੀ ਸੀ ਉਹ ਬਲਾ ਦੇ ਹੱਥਾਂ ਦੇ ਵਿੱਚ ਚਲੀ ਗਈ ਤੇ ਸੱਪ ਉਹਨਾਂ ਨੂੰ ਡੰਗ ਨਹੀਂ ਸਕਿਆ। ਇਧਰੋਂ ਪ੍ਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ ਹੈ। ਰਫਤੰਦ ਔਰਾ ਬਦਸਤ ਅੰਦਰੂ। ਪਰ ਦੂਜੇ ਪਾਸੇ ਉਹ ਜਿਹੜੀ ਬਲਾ ਸੀ ਉਹਨੇ ਆਪਣੇ ਹੱਥਾਂ ਦੇ ਵਿੱਚ ਦੋਨਾਂ ਨੂੰ ਫੜ ਲਿਆ ਹੈ। ਉਹ ਬਖਸ਼ੀਦ ਔਰਾ ਬੇਖੁਰਦੰਦ ਖੂ। ਉਹਦਾ ਮਨ ਸੀ ਕਿ ਮੈਂ ਇਹਨਾਂ ਨੂੰ ਨਾ ਖਾ ਜਾਵਾਂ, ਦੋਨਾਂ ਨੂੰ ਮੈਂ ਨਸ਼ਟ ਕਰ ਦਿਆਂ। ਚੁਨਾ ਜੰਗ ਸ਼ੁੱਧ ਅਜ਼ਦਹਾ ਬਾਬਲਾ। ਪਰ ਉੱਥੇ ਪਰਮਾਤਮਾ ਨੇ ਕਹਿੰਦੇ ਦੂਜੇ ਪਾਸੇ ਖੇਡ ਵਰਤਾ ਦਿੱਤੀ ਵੀ ਉਹ ਅਜਗਰ ਜਿਹੜਾ ਸੀਗਾ ਤੇ ਉਹ ਬਲਾ ਜਿਹਨੇ ਉਹਨਾਂ ਨੂੰ ਫੜ ਲਿਆ ਸੀ, ਕਹਿੰਦੇ ਉਹ ਸੱਪ ਤੇ ਬਲਾ ਜਿਹੜੀ ਦੋਨੇ ਆਪਸ ਵਿੱਚ ਲੜਨ ਲੱਗ ਪਏ। ਉਹ ਦੋਨਾਂ ਨੂੰ ਖੋਣ ਵਾਸਤੇ ਨਾ ਉਹਨਾਂ ਦਾ ਜੰਗ ਹੋਣ ਲੱਗ ਪਿਆ ਹੈ। ਕਿ ਬੇਰੂ ਨਿਆਮਤ ਬਹੁਕਮੇ ਖੁਦਾ। ਸਤਿਗੁਰੂ ਕਹਿੰਦੇ ਨੇ ਵੀ ਅਸਲ ਵਿੱਚ ਇਹ ਖੁਦਾ ਦੇ ਹੁਕਮ ਦੇ ਨਾਲ ਹੀ ਹੋਇਆ। ਜੇ ਵਾਹਿਗੁਰੂ ਉਹਨਾਂ ਨੂੰ ਬਚਾਉਣਾ ਚਾਹੁੰਦਾ ਸੀ ਤੇ ਪਰਮੇਸ਼ਰ ਨੇ ਕਲਾ ਵਰਤਾ ਦਿੱਤੀ ਹੈ। ਨਾ ਉਹਨਾਂ ਨੂੰ ਸੱਪ ਮਾਰ ਸਕਿਆ ਤੇ ਨਾ ਉਹ ਬਲਾ ਮਾਰ ਸਕੀ। ਅਸਲ ਦੇ ਵਿੱਚ ਉਹ ਆਪਸ ਦੇ ਵਿੱਚ ਹੀ ਲੜਨ ਲੱਗ ਪਏ ਹਨ। ਨਾ ਮੌਜ ਖੇਜ਼ਤ ਜੇ ਦਰਿਆ ਅਜ਼ੀ। ਜਿਹੜਾ ਉਹ ਡੂੰਘਾ ਦਰਿਆ ਹੈ ਨਾ, ਫਿਰ ਉਹਦੇ ਵਿੱਚ ਉੱਚੀਆਂ ਉੱਚੀਆਂ ਲਹਿਰਾਂ ਉੱਠਣ ਲੱਗ ਪਈਆਂ ਹਨ। ਇਹ ਦੀਗਰ ਨਾਦਾਨੇਤ ਜ਼ੁਜ਼ ਯਕ ਕੀ ਕਰੀ। ਉਸ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਇਹਨਾਂ ਦੇ ਉੱਪਰ ਕਹਿੰਦੇ ਕਿਰਪਾ ਰਹਿਮਤ ਕਰ ਦਿੱਤੀ ਦੋਹਾਂ ਉੱਪਰ। ਰਵਾ ਗਸ਼ਤ ਕਿਸ਼ਤੀ ਬਾ ਮੌਜੇ ਬਲਾ। ਸਤਿਗੁਰੂ ਕਹਿੰਦੇ ਉਹ ਜਿਹੜੀ ਕਿਸ਼ਤੀ ਨਾ ਰੁੜਦੀ ਰੁੜਦੀ ਡੂੰਘੇ ਪਾਣੀ ਦੇ ਵਿੱਚ ਤੇ ਲਹਿਰਾਂ ਵਿੱਚ ਚਲੀ ਗਈ ਹੈ। ਬਰਾਹੇ ਖਲਾਸੀ ਜੇ ਰਹਿਮਤ ਖੁਦਾ। ਉਹ ਦੋਨੇ ਜਾਣੇ ਖੁਦਾ ਕੋਲ ਬੇਨਤੀਆਂ ਕਰਦੇ ਨੇ, ਹੇ ਖੁਦਾ ਸਾਡੇ ਤੇ ਰਹਿਮਤ ਕਰ, ਸਾਨੂੰ ਇੱਥੋਂ ਬੰਦ ਖਲਾਸੀ ਬਖਸ਼, ਸਾਡਾ ਖਹਿੜਾ ਛੁਡਾ ਦੇ। ਵਾ ਆਖਰ ਹਮ ਅਜ਼ ਹੁਕਮ ਪਰਵਰਦੇਗਾ। ਅਖੀਰ ਵਿੱਚ ਉਸ ਪਰਵਤਗਾਰ ਪਾਲਣਹਾਰੇ ਵਾਹਿਗੁਰੂ ਦੀ ਕਿਰਪਾ ਰਹਿਮਤ ਹੋ ਗਈ ਹੈ। ਕਿ ਕਿਸ਼ਤੀ ਬਰਿਆਮਤ ਦੇ ਦਰਿਆ ਕੇ ਨਾ। ਉਹ ਦੋਨੇ ਜਾਣੇ ਕਹਿੰਦੇ ਉਹ ਬਲਾ ਦੇ ਹੱਥੋਂ ਛੁੱਟ ਗਏ, ਕਿਉਂਕਿ ਉਹ ਦੋਨਾਂ ਦਾ ਜੰਗ ਹੋਣ ਲੱਗ ਪਿਆ ਨਾ। ਅਜਗਰ ਤੇ ਜਿਹੜੀ ਉਹ ਬਲਾ ਡੈਣ ਆਪਸ ਵਿੱਚ ਲੜਨ ਲੱਗ ਪਏ, ਉਹਦੇ ਹੱਥੋਂ ਉਹ ਛੁੱਟ ਗਏ ਤੇ ਕਿਸ਼ਤੀ ਵਿੱਚ ਬਹਿ ਗਏ। ਮਹਾਰਾਜ ਕਹਿੰਦੇ ਉਸ ਪਰਵਤਗਾਰ ਦੇ ਹੁਕਮ ਦੇ ਨਾਲ, ਬਾ ਆਖਰ ਹਮ ਅਜ਼ ਹੁਕਮ ਪਰਵਤਗਾਰ ਦੇ ਹੁਕਮ ਦੇ ਨਾਲ ਉਹ ਜਿਹੜੀ ਕਿਸ਼ਤੀ ਚਲਦੀ ਚਲਦੀ ਦਰਿਆ ਦੇ ਕੰਢੇ ਤੇ ਲੱਗ ਗਈ ਹੈ। ਕਿ ਬੇਰੂ ਬਰਿਆਮਤ ਅਜ਼ਾ ਹਰ ਦੋ ਤਨ। ਉਸੇ ਵਕਤ ਦੋਨੇ ਜਾਣੇ ਉਹ ਕਿਸ਼ਤੀ ਦੇ ਵਿੱਚੋਂ ਬਾਹਰ ਆ ਗਏ ਹਨ। ਸ਼ਸਤੈ ਹਲਵੇ ਆਬ ਦਰਿਆ ਯਮਨ। ਆ ਕਰਕੇ ਉਸ ਯਮਨ ਦਰਿਆ ਦੇ ਕੰਢੇ ਦੇ ਉੱਪਰ ਬਹਿ ਗਏ ਹਨ। ਬਰਿਆਮਤ ਯਕੇ ਸ਼ੇਰ ਦੀਦਨ ਸ਼ੇਤਾ। ਸਤਿਗੁਰੂ ਕਹਿੰਦੇ ਫਿਰ ਉੱਥੇ ਪਰਮੇਸ਼ਰ ਦੀ ਕਲਾ ਵਰਤ ਗਈ। ਉਥੋਂ ਇੱਕ ਬੜਾ ਭਿਅੰਕਰ ਸ਼ੇਰ ਬੜੀ ਤੇਜ਼ੀ ਨਾਲ ਨਿਕਲਿਆ ਹੈ। ਬਖੁਰਦਨ ਅਜ਼ਾ ਹਰ ਦੋ ਤਨ ਰਾਰ ਕਬਾਬ। ਸਤਿਗੁਰੂ ਕਹਿੰਦੇ ਉਹਨਾਂ ਦੇ ਤਨ ਦਾ ਕਬਾਬ ਮਾਸ ਵੇਖ ਕੇ ਨਾ ਸ਼ੇਰ ਦਾ ਜੀ ਕਰ ਉੱਠਿਆ ਵੀ ਮੈਂ ਦੋਹਾਂ ਨੂੰ ਖਾ ਜਾਵਾਂ। ਤੇ ਦਰਿਆ ਬਰਿਆਮਤ ਜੇ ਮਗਰੇ ਅਜ਼ੀ। ਇਧਰੋਂ ਕਹਿੰਦੇ ਸ਼ੇਰ ਤੁਰਿਆ ਤੇ ਜਿਸ ਦਰਿਆ ਦੇ ਕੰਢੇ 'ਚ ਬੈਠੇ ਸਨ ਤੇ ਉਹਦੇ ਵਿੱਚ ਨੇ ਇੱਕ ਮਗਰਮੱਛ ਬੈਠਾ ਹੋਇਆ ਸੀ। ਮੁੜ ਕੇ ਮਗਰਮੱਛ ਨੇ ਵੀ ਇਹਨਾਂ ਨੂੰ ਵੇਖ ਲਿਆ ਹੈ। ਖੁਰਮ ਹਰ ਦੋ ਤਨ ਰਾਬਾ ਹੁਕਮੇ ਕਰੀ। ਸਤਿਗੁਰੂ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਇੱਕ ਪਾਸੇ ਸ਼ੇਰ ਇਹ ਸੋਚਦਾ ਵੀ ਮੈਂ ਇਹਨਾਂ ਨੂੰ ਖਾ ਜਾਵਾਂ ਤੇ ਦੂਜੇ ਪਾਸੇ ਮਗਰਮੱਛ ਸੋਚਣ ਲੱਗਾ ਵੀ ਮੈਂ ਇਹਨਾਂ ਨੂੰ ਖਾ ਜਾਵਾਂ। ਬਜਾਇਸ਼ ਦਰਿਆਮਤ ਦੇ ਸ਼ੇਰੇ ਸ਼ੇਤਾਬ। ਇਧਰੋਂ ਜਦੋਂ ਅਕਾਲ ਪੁਰਖ ਦੇ ਹੁਕਮ ਦੇ ਨਾਲ ਉਹਨਾਂ ਦਾ ਤਨ ਖਾਣ ਵਾਸਤੇ ਮਗਰਮੱਛ ਨਿਕਲਿਆ, ਬਜਾਇਸ਼ ਦਰਿਆਮਤ ਜੇ ਸ਼ੇਰੇ ਸ਼ਤਾਬ, ਇਹਨੇ ਨੂੰ ਬੜੀ ਤੇਜ਼ੀ ਨਾਲ ਜਿਹੜਾ ਸ਼ੇਰ ਸੀ ਉੱਥੇ ਆਣ ਪਹੁੰਚਿਆ ਹੈ। ਗਜੰਦਸ਼ ਹਮੀ ਬੁਰਦ ਬਰ ਰੋਦਿਆ। ਉਹਨੇ ਬੜੀ ਤੇਜ਼ੀ ਦੇ ਨਾਲ ਸ਼ੇਰ ਨੇ ਨਾ ਕਹਿੰਦੇ ਛਾਲ ਮਾਰੀ ਦੋਹਾਂ ਦੇ ਉੱਪਰ। ਜਦੋਂ ਕਹਿੰਦੇ ਛਾਲ ਮਾਰੀ ਨਾ, ਉਹ ਜਿਹੜਾ ਲੜਕਾ ਸੀ ਉਹਨੇ ਸਿਰ ਆਪਣਾ ਇੱਕ ਪਾਸੇ ਨੂੰ ਕਰ ਲਿਆ ਤੇ ਜਿਹੜਾ ਉਹ ਸ਼ੇਰ ਸੀ ਉਹ ਅੱਗੇ ਪਾਣੀ ਦੇ ਵਿੱਚ ਜਾ ਡਿੱਗਿਆ ਹੈ। ਬਾਪੀ ਚੀਦ ਸਰ ਔਖਤਾ ਗਸ਼ਤ ਸ਼ੇਰ। ਸਤਿਗੁਰੂ ਕਹਿੰਦੇ ਜਦੋਂ ਉਹਨੇ ਸਿਰ ਪਰਾਂ ਕੀਤਾ ਤੇ ਸ਼ੇਰ ਦਾ ਕੀਤਾ ਹੋਇਆ ਵਾਰ ਖਾਲੀ ਹੋ ਗਿਆ ਹੈ। ਬਦਹਨੇ ਦੇ ਘਰ ਦੁਸ਼ਮਨ ਅਫਤਦ ਦਲੇ। ਪਰ ਦੂਜੇ ਪਾਸੇ ਉਹ ਜਿਹੜਾ ਦਲੇਰ ਦੁਸ਼ਮਣ ਸੀਗਾ ਪਾਣੀ ਦੇ ਵਿੱਚ, ਸ਼ੇਰ ਉਹਦੇ ਕਾਬੂ ਆ ਗਿਆ ਹੈ। ਭਾਗੀਰਥ
ਮਗਰ ਦਸਤ ਸ਼ੇਰੋ ਸ਼ੇਤਾਬ। ਉਸ ਮਗਰਮੱਛ ਨੇ ਸ਼ੇਰ ਦੀ ਕਹਿੰਦੇ ਲੱਤ ਫੜ ਲਈ। ਮਹਾਰਾਜ ਨੇ ਬਾਹ ਸ਼ਬਦ ਵਰਤਿਆ ਦਸਤ ਸ਼ੇਰੋ ਸ਼ਿਤਾਬ। ਉਹਦਾ ਜਿਹੜਾ ਹੱਥ ਸੀ ਨਾ, ਹੱਥ ਤੋਂ ਮੁਰਾਦ ਹੈ ਵੀ ਉਹਦਾ ਮੂਹਰਲਾ ਜਿਹੜਾ ਪੰਜਾ ਸੀਗਾ ਉਹ ਮਗਰਮੱਛ ਨੇ ਆਪਣੇ ਮੂੰਹ ਦੇ ਵਿੱਚ ਪਾ ਲਿਆ ਹੈ। ਬੁਰਦੰਦ ਔਰਾ ਕਸ਼ੀਦ ਹੈ ਦਰਿਆ। ਉਹਨੂੰ ਖਿੱਚਦਾ ਖਿੱਚਦਾ ਉਹ ਦਰਿਆ ਦੇ ਵਿੱਚ ਲੈ ਗਿਆ। ਦੇਖੋ ਪਰਮੇਸ਼ਰ ਦੀ ਕਲਾ ਹੈ ਕਿ ਜਦੋਂ ਰੱਖਣ ਤੇ ਆਵੇ ਤੇ ਫਿਰ ਕਿਤੇ ਵੀ ਉਹ ਰੱਖ ਲੈਂਦਾ ਹੈ। ਪਹਿਲਾਂ ਦਰਿਆ ਦੇ ਵਿੱਚੋਂ ਰੱਖਿਆ, ਡੁੱਬਣ ਤੋਂ ਬਚਾ ਲਿਆ। ਫਿਰ ਉਹ ਬਲਾ ਜਿਹੜੀ ਡਾਹਣ ਆਈ ਤੇ ਅਜਗਰ ਤੋਂ ਬਚਾ ਲਿਆ। ਫਿਰ ਮਹਾਰਾਜ ਕਹਿੰਦੇ ਮਗਰਮੱਛ ਖਾਣ ਲਈ ਆਇਆ ਤੇ ਉਥੇ ਸ਼ੇਰ ਵੀ ਪਹੁੰਚ ਗਿਆ, ਉਥੇ ਵੀ ਬਚਾ ਲਿਆ। ਕਿਸੇ ਦੀ ਕਲਹਾ ਕਿਸੇ ਦੇ ਘਰ ਵਿੱਚ ਹੀ ਸੁੱਟ ਦਿੱਤੀ, ਪਰ ਇਹਨਾਂ ਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਰੱਖ ਲਿਆ ਹੈ। ਦੋਨੇ ਜਾਣੇ ਜਿਹੜੇ ਸਨ ਉਹ ਬਚ ਗਏ ਹਨ। ਉਹ ਵੀ ਕੁਦਰਤੇ ਕਿਰਦਗਾਰੇ ਜਹਾਂ। ਸਤਿਗੁਰੂ ਕਹਿੰਦੇ ਹੈ ਔਰੰਗਜ਼ੇਬ ਦੇਖ, ਉਸ ਪਰਵਤਗਾਰ ਦੀ ਕੁਦਰਤ ਨੂੰ ਵੇਖਣਾ ਕਰ, ਉਹਦੀ ਸ਼ਕਤੀ ਵੇਖਣਾ ਕਰ। ਈਰਾ ਬਖਸ਼ੀਦ ਕੁਸ਼ਤਸ਼ ਅਜ਼ਾਂ। ਸਤਿਗੁਰੂ ਕਹਿੰਦੇ ਜਿਹਨੇ ਸਾਰਾ ਜਹਾਨ ਬਣਾਇਆ ਨਾ, ਉਹ ਕਿਰਪਾ ਕਰਕੇ ਕਿਸੇ ਨੂੰ ਬਖਸ਼ਿਸ਼ਾਂ ਕਰ ਦਿੰਦਾ ਤੇ ਕਿਸੇ ਦਾ ਖਾਤਮਾ ਕਰ ਦਿੰਦਾ। ਤੇ ਜਦੋਂ ਉਹ ਰੱਖਣਹਾਰਾ ਰੱਖ ਲੈਂਦਾ ਫਿਰ ਉਹਦੇ ਰੱਖਿਆਂ ਫਿਰ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ। ਜਦੋਂ ਵਾਹਿਗੁਰੂ ਰੱਖੇ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਜਿਹਨੂੰ ਤੂੰ ਰਖਵਾਲਾ ਵਾਹਿਗੁਰੂ, ਜਿਹਦਾ ਤੂੰ ਰਖਵਾਲਾ ਬਣ ਗਿਆ, ਉਹਨੂੰ ਫਿਰ ਕੌਣ ਮਾਰ ਸਕਦਾ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਜਿਹਦਾ ਮਾਲਕ ਡਾਢਾ ਹੁੰਦਾ ਨਾ, ਉਹਨੂੰ ਫਿਰ ਦੁਨੀਆ ਦੇ ਵਿੱਚ ਕੋਈ ਮਾਰ ਨਹੀਂ ਸਕਦਾ। ਬਾਬਾ ਬਿਧੀ ਚੰਦ ਜੀ ਵਰਗੇ ਗੁਰਮੁਖ ਪਿਆਰੇ ਬਲਦੇ ਭੱਠ ਦੇ ਵਿੱਚ ਵੜ ਗਏ ਤੇ ਭੱਠ ਨਹੀਂ ਸਾੜ ਸਕਿਆ ਉਹਨਾਂ ਨੂੰ। ਆਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਪੇ ਰਹਿਮਤਾਂ ਕਰਨਗੇ, ਤੇ ਗੁਰੂ ਨੇ ਰੱਖਿਆ ਵੀ। ਜਦੋਂ ਰੱਖਣ ਤੇ ਆਵੇ ਰੱਖੇ ਰੱਖਣਹਾਰ ਆਪ ਉਬਾਰਿਆਨ। ਉਹ ਰੱਖਣਹਾਰ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਰੱਖ ਲੈਂਦਾ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰ ਅਨੇਕ ਚਲਾਵਤ ਘਾਵਤਾਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋਂ ਦੈ ਕਰ ਪਾਪ ਸਮੂਹ ਨਾ ਭੇਟਣ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੈ। ਮਹਾਰਾਜ ਕਹਿੰਦੇ ਹੋਰ ਤਾਂ ਮੈਂ ਤੈਨੂੰ ਕੀ ਆਖਾਂ। ਮਾਤਾ ਦੇ ਪੇਟ ਦੇ ਅੰਦਰ ਜਿਹੜੇ ਪੜਦੇ ਨੇ ਨਾ, ਜਿਨ੍ਹਾਂ ਵਿੱਚ ਤੂੰ ਪਲਿਆ, ਉਹਦੇ ਵਿੱਚ ਵੀ ਤੇਰੀ ਉਹ ਰੱਖਿਆ ਕਰਦਾ। ਤੇ ਜਿਹਨੇ ਪੇਟ ਵਿੱਚ ਤੇਰੀ ਰੱਖਿਆ ਕੀਤੀ ਹੈ, ਕਿ ਉਹ ਸੰਸਾਰ ਵਿੱਚ ਨਹੀਂ ਤੇਰੀ ਰੱਖਿਆ ਕਰੇਗਾ। ਜੇ ਉਹਦਾ ਲੜ ਫੜੇਗਾ, ਦੁਨੀਆ ਵਿੱਚ ਵੀ ਤੇਰੀ ਰੱਖਿਆ ਕਰੇਗਾ। ਸੋ ਗੁਰੂ ਕਲਗੀਧਰ ਜੀ ਕਹਿਣ ਲੱਗੇ ਕਿ ਹੇ ਔਰੰਗਜ਼ੇਬ ਦੇਖ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਨੂੰ ਵੇਖ। ਉਹਨੇ ਰਹਿਮਤਾਂ ਕਰ ਦਿੱਤੀਆਂ, ਬਖਸ਼ਿਸ਼ਾਂ ਕਰ ਦਿੱਤੀਆਂ। ਦੋਹਾਂ ਜਾਣਿਆਂ ਦੀ ਕਹਿੰਦੇ ਰੱਖਿਆ ਕਰ ਦਿੱਤੀ ਅਕਾਲ ਪੁਰਖ ਨੇ। ਬੁਵੀ ਕੁਦਰਤੇ ਕਿਰਦਗਾਰੇ ਜਹਾਂ ਕੇ ਈਰਾ ਬਖਸ਼ੀਦ ਕੁਸਤਸ ਆ ਜਾ। ਕਿਸੇ ਨੂੰ ਮਾਰ ਦਿੰਦਾ, ਕਿਸੇ ਨੂੰ ਉਹ ਰੱਖ ਲੈਂਦਾ। ਇੱਥੇ ਕਹਾਣੀ ਖਤਮ ਨਹੀਂ ਹੁੰਦੀ। ਇਹਨੂੰ ਅੱਗੇ ਪਰਮੇਸ਼ਰ ਨੇ ਰਾਜ ਭਾਗ ਵੀ ਬਖਸ਼ਿਆ ਉਸ ਲੜਕੇ ਨੂੰ, ਜਿਹਨੂੰ ਕੱਢ ਦਿੱਤਾ ਗਿਆ ਸੀ ਘਰ ਦੇ ਵਿੱਚੋਂ, ਮਰਨ ਵਾਸਤੇ ਛੱਡ ਦਿੱਤਾ ਗਿਆ ਸੀ। ਤੋ ਇਹ ਜਿਹੜੀ ਰਹਿੰਦੀ ਬਾਕੀ ਹਕਾਇਤ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। 10ਵੀਂ ਹਕਾਇਤ ਤੋਂ 29 ਤਰੀਕ ਨੂੰ ਜਫਰਨਾਮੇ ਦਾ ਆਪਾਂ ਜੋ ਸੰਪੂਰਨਤਾ ਦਾ ਜੋ ਭੋਗ ਪਾਵਾਂਗੇ। ਮਹਾਰਾਜ ਦੇ ਚਰਨਾਂ ਵਿੱਚ ਸ਼ੁਕਰਾਨੇ ਦੀ ਅਰਦਾਸ ਹੋਵੇਗੀ। ਆਪ ਜੀ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। 10ਵੀਂ ਹਕਾਇਤ ਅੱਧੀ ਕੁ ਰਹਿ ਗਈ ਹੈ ਤੇ 2 ਹਕਾਇਤਾਂ ਹੋਰ ਨੇ। ਇਸ ਤੋਂ ਬਾਅਦ ਸੰਪੂਰਨਤਾ ਹੈ। ਫਿਰ ਜਦੋਂ ਸਮਾਂ ਬਣਿਆ, ਮਹਾਰਾਜ ਕਲਗੀਧਰ ਜੀ ਦੀ ਬਾਣੀ ਸ੍ਰੀ ਅਕਾਲ ਉਸਤਤ, ਤੇ ਉਸ ਤੋਂ ਬਾਅਦ ਚੰਡੀ ਦੀ ਵਾਰ ਜਿਹੜੀ ਬਾਣੀ ਆਮ ਕਰਕੇ ਪੜ੍ਹੀ ਜਾਂਦੀ ਹੈ ਪੰਥ ਦੇ ਅੰਦਰ। ਇਹਨਾਂ ਬਾਣੀਆਂ ਦੀ ਆਪਾਂ ਜ਼ਰੂਰ ਵਿਚਾਰ ਕਰਾਂਗੇ ਸਮਾਂ ਪਾ ਕੇ, ਜਿਵੇਂ ਜਿਵੇਂ ਮਾਲਕ ਦਾ ਹੁਕਮ ਹੋਵੇਗਾ। ਸੋ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਹਾਂਜੀ। ਬੁਭੀ ਕੁਦਰਤੇ ਕਿਰਦਗਾਰੇ ਜਹਾਂ ਕੇ ਈਰਾ ਬਖਸ਼ੀਦ ਕੁਸ਼ਤਸ਼ ਅਜ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ